ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਣੀ ਚੈਨਲ ਦੇ ਨਾਲ ਜੁੜਿਆ ਹੋਇਆ ਸਾਡਾ ਸਾਰਾ ਹੀ ਪਰਿਵਾਰ ਸਮੇਂ-ਸਮੇਂ ਤੇ ਸਾਡੇ ਵੀਰ ਹਰਵਿੰਦਰ ਸਿੰਘ ਹੋਣਾ ਦੇ ਵੱਲੋਂ ਪੂਰਾ ਲਾਈਵ ਅਪਡੇਟ ਲਖਨਪੁਰ ਬਾਰਡਰ ਤੋਂ ਤੁਹਾਨੂੰ ਦਿੱਤਾ ਗਿਆ। ਇਸ ਸਮੇਂ ਇੱਕ ਬਾਣੀ ਚੈਨਲ ਦੀ ਟੀਮ ਹੈ ਲਖਨਪੁਰ ਬਾਰਡਰ ਦੇ ਉੱਤੇ ਖੜੀ ਹੋਈ ਹੈ, ਕਿਉਂਕਿ ਸਾਡਾ ਇੱਕ ਕਹਿੰਦੇ ਨੇ ਮੋਢਿਆਂ ਦੇ ਉੱਤੇ ਇੱਕ ਫਰਜ਼ ਸੀਗਾ, ਜਿਹੜਾ ਬਾਖੂਬੀ ਸਾਨੂੰ ਇਹ ਸੀਗਾ ਕਿ ਕਿਸੇ ਦੇ ਵੱਲੋਂ ਇਹ ਨਾ ਹੋਵੇ ਕਿ ਜੋ ਸਿੱਖ ਕੌਮ ਦੇ ਨਾਲ ਜਿਸ ਤਰ੍ਹਾਂ ਦੇ ਨਾਲ ਜੋ ਇਹ ਸਭ ਕੁਝ ਵਾਪਰਿਆ ਅਸੀਂ ਕਿਤੇ ਚੁੱਕ ਜਾਈਏ ਤੁਹਾਡੇ ਤੱਕ ਪਹੁੰਚਾਉਣ ਤੋਂ। ਉਹ ਪੂਰੀ ਕੋਸ਼ਿਸ਼ ਕੀਤੀ, ਹਰ ਇੱਕ ਸਮੇਂ ਦਾ ਅਪਡੇਟ ਤੁਹਾਡੇ ਤੱਕ ਪਹੁੰਚਾਇਆ। ਮੈਂ ਓਂਕਾਰ ਸਿੰਘ ਉਹਨਾਂ ਨੂੰ ਕਵਾਂਗੀ ਕਿ ਲਖਨਪੁਰ ਬਾਰਡਰ ਤੋਂ ਇੱਧਰ ਥੋੜਾ ਜਿਹਾ ਕੈਮਰਾ ਘੁਮਾ ਕੇ ਦੱਸ ਦਿਓ ਕਿ ਇਹ ਪੰਜਾਬ ਤੋਂ ਲਖਨਪੁਰ ਬਾਰਡਰ ਤੋਂ ਆਪਾਂ ਜਿਹੜਾ ਪਾਰ ਖੜੇ ਹੋਏ ਆ ਤੇ ਆਰ ਜਾਣ ਦੇ ਲਈ ਇੱਕ ਨਵਾਂ ਜਿਹਾ ਇਤਿਹਾਸ ਦੇ ਵਿੱਚ ਹੋਈ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਨਾ ਤਾਂ ਇੱਥੇ ਕਿਸੇ ਵੀਜ਼ਾ ਦੀ ਲੋੜ ਸੀ ਤੇ ਨਾ ਕਿਸੇ ਪਾਸਪੋਰਟ ਦੀ ਲੋੜ ਸੀ। 3 ਦਿਨ ਤੋਂ ਇਹ ਸ਼ਾਇਦ ਮੈਨੂੰ ਲੱਗਦਾ ਜਿਵੇਂ ਮੈਂ ਕੈਪਸ਼ਨ ਦੇ ਵਿੱਚ ਲਿਖਿਆ ਕਿ ਇੱਕ ਇਤਿਹਾਸ ਦੇ ਵਿੱਚ ਚੇਤਾ ਹੀ ਰਹੂਗਾ ਕਿ 3 ਦਿਨ ਤੋਂ ਲਖਨਪੁਰ ਬਾਰਡਰ ਦੇ ਉੱਤੇ ਇੱਕ ਮੈਂਬਰ ਪਾਰਲੀਮੈਂਟ ਉਹ ਲਖਨਪੁਰ ਬਾਰਡਰ ਤੇ ਸੜਕ ਦੇ ਉੱਤੇ ਉਹਨੂੰ ਰਹਿਣਾ ਪਿਆ। ਕੀ ਕਸੂਰ ਸੀ ਉਹਦਾ? ਕਿਆ ਹੁਣ ਉਹ ਜਿਹੜੇ 3 ਦਿਨ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਇੱਥੇ ਕੱਟੇ ਨੇ ਕਿ ਉਹ ਲੰਘਿਆ ਹੋਇਆ ਸਮਾਂ ਵਾਪਸ ਆਵੇਗਾ? ਕਿਆ ਉਹ ਮੈਂਬਰ ਪਾਰਲੀਮੈਂਟ ਜਿਹਦੇ ਪਿੱਛੇ 4 ਤੋਂ 5 ਲੱਖ ਵੋਟਰ ਜਿਨ੍ਹਾਂ ਨੇ ਉਹਨਾਂ ਨੂੰ ਲੈ ਕੇ ਆਂਦਾ, ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ, ਕਿਆ ਉਹਨਾਂ ਨੂੰ ਸਾਰੇ ਜਵਾਬ ਦੇਣਗੇ ਕਿ ਇਹ ਸਾਡਾ ਚੁਣਿਆ ਹੋਇਆ ਨੁਮਾਇੰਦਾ ਸੀ? ਕਿਆ ਇੱਕ ਮੈਂਬਰ ਪਾਰਲੀਮੈਂਟ ਜਿਹੜਾ ਹਾਊਸ ਦੇ ਵਿੱਚ ਜਾ ਕੇ ਸਾਡੀ ਆਵਾਜ਼ ਨੂੰ ਚੁੱਕ ਰਹੇ ਨੇ, ਹਾਊਸ ਦੇ ਵਿੱਚ ਕਿਸੇ ਨੂੰ ਉਹਨਾਂ ਨੂੰ ਕੋਈ ਦਿੱਕਤ ਨਹੀਂ ਸੀ, ਹਾਊਸ ਦੇ ਵਿੱਚ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕਿਸੇ ਨੂੰ ਉਹਨਾਂ ਤੋਂ ਕੋਈ ਖਤਰਾ ਨਹੀਂ, ਵੱਡੇ ਮਿਨਿਸਟਰਾਂ ਦੇ ਨਾਲ ਉਹ ਬਹਿੰਦੇ ਸਨ। ਕਿਆ ਪ੍ਰਸ਼ਾਸਨ ਆਪਣੇ ਆਪ ਨੂੰ ਇੰਨਾ ਕਮਜ਼ੋਰ ਮਹਿਸੂਸ ਕਰਨ ਲੱਗ ਗਿਆ ਕਿ ਅਸੀਂ ਮਾਨ ਸਾਹਿਬ ਦੇ ਸ਼ਬਦਾਂ ਨੂੰ ਨਹੀਂ ਸਾਂਭ ਪਾਵਾਂਗੇ? ਕਿ ਇਹ ਸਭ ਹੋਇਆ ਮੈਨੂੰ ਲੱਗਦਾ ਇਹ ਇੱਕ ਇਤਿਹਾਸ ਦੇ ਵਿੱਚ ਜਿਵੇਂ ਕਿਸਾਨੀ ਸੰਘਰਸ਼ ਲਿਖਿਆ ਗਿਆ ਸੀਗਾ, ਅੱਜ ਇਹ ਚੀਜ਼ ਦਾ ਇਤਿਹਾਸ ਦੇ ਵਿੱਚ ਚੇਤਾ ਰਹੂਗੀ ਤੇ ਇਹਦੇ ਤੋਂ ਸੇਧ ਵੀ ਜ਼ਰੂਰ ਹੈ ਜਿਹੜੀ ਲਈ ਹੋਵੇਗੀ। ਇਸ ਸਮੇਂ ਲਖਨਪੁਰ ਬਾਰਡਰ ਦੇ ਉੱਤੇ ਆ, ਮੈਂ ਚਾਹਾਂਗੀ ਕਿ ਸਾਰਿਆਂ ਦੇ ਉੱਤੇ ਹੀ ਕੈਮਰਾ ਜ਼ਰੂਰ ਕੀਤਾ ਜਾਵੇ, ਕਿਉਂਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਪਹਿਲੇ ਦਿਨ ਤੋਂ ਇਹ ਨਹੀਂ ਵੇਖਿਆ ਕਿ ਫੈਸਲਾ ਕੀ ਆਊਗਾ, ਕਿਤੇ ਇਹਦੇ ਵਿੱਚ ਸਾਡਾ ਨੁਕਸਾਨ ਨਾ ਹੋ ਜੇ। ਕਿਉਂਕਿ ਬਹੁਤ ਸਾਰੇ ਇਹੋ ਜਿਹੇ ਚਿਹਰੇ ਹੋਣਗੇ ਜਿਹੜੇ ਇਹ ਵੇਖਦੇ ਬਾਹਰ ਆਏ ਹੋਣੇ ਆ ਕਿ ਕਿਤੇ ਅਸੀਂ ਰਡਾਰ ਦੇ ਉੱਤੇ ਨਾ ਆ ਜਾਈਏ ਜਾਂ ਅਸੀਂ ਕਿਤੇ ਸਾਡਾ ਪਤਾ ਹੀ ਨਾ ਲੱਗ ਜਾਵੇ ਵੀ ਭਈ ਅਸੀਂ ਖੁੱਲ ਕੇ ਬਾਹਰ ਆ ਗਏ ਆ। ਪਰ ਇਹ ਚਿਹਰੇ ਆ, ਮੈਂ ਇੱਕ ਬਾਣੀ ਚੈਨਲ ਦੇ ਉੱਤੇ ਭਾਵੇਂ ਅਸੀਂ ਇੱਕ ਬਾਣੀ ਚੈਨਲ ਦੇ ਰਾਹੀਂ ਲਾਈਵ ਦੇ ਰਾਹੀਂ ਵੇਖ ਰਹੀ ਸੀ, ਕੁਝ ਚਿਹਰੇ ਇਹੋ ਜਿਹੇ ਇੱਥੇ ਜਿਹੜੇ ਵੀ ਇਹ ਚਿਹਰੇ ਤੁਸੀਂ ਵੇਖ ਸਕਦੇ ਹੋ, ਇਹ ਉਹ ਚਿਹਰੇ ਨੇ ਜਿਹੜੇ ਪਹਿਲੇ ਦਿਨ ਤੋਂ ਉਹਨਾਂ ਮਿੰਟਾਂ ਤੋਂ ਖੜੇ ਹੋਏ ਨੇ ਤੇ ਅੱਜ ਮਿੰਟਾਂ ਤੋਂ ਬਾਅਦ ਘੰਟੇ ਤੋਂ ਬਾਅਦ ਦਿਨ ਹੋ ਗਏ ਨੇ। ਇਹ ਇੱਥੇ ਹੀ ਹੈਗੇ ਨੇ। ਇਹਨਾਂ ਨੇ ਨਹੀਂ ਵੇਖਿਆ ਵੀ ਅਸੀਂ ਰਾਤ ਦੇ ਹਨੇਰੇ 'ਚ ਜਾਣਾ ਹਾਜ਼ਰੀ ਲਵਾਉਣ ਜਾਂ ਸਾਨੂੰ ਕੋਈ ਕਿਸੇ ਕਿਸਮ ਦੀ ਦਿੱਕਤ ਨਾ ਹੋ ਜਾਵੇ। ਫੈਸਲਾ ਵੀ ਆਉਂਦੇ ਹੋਏ ਨਜ਼ਰ ਆ ਰਹੇ ਨੇ। ਕੁਝ ਆਪਾਂ ਵੇਖ ਸਕਦੇ ਹਾਂ ਵੀ ਹੌਲੀ ਜੋ ਵੀ ਇਹ ਮਸਲਾ ਸਾਰਾ ਸੁਲਝਦਾ ਹੋਇਆ ਦਿਸ ਰਿਹਾ। ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਨ ਪ੍ਰਧਾਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਜੰਮੂ ਕਸ਼ਮੀਰ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਸਰਦਾਰ ਨਰਿੰਦਰ ਸਿੰਘ ਖਾਲਸਾ ਹੋਣਾ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ ਸਾਹਿਬ, ਬੜੀ ਵੱਡੀ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਵੀ ਆ ਜਾਂਦੀ ਹੈ, ਕਿਉਂਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਤੁਹਾਡੇ ਤੇ ਭਰੋਸਾ ਕੀਤਾ ਕਿ ਤੁਸੀਂ ਜੰਮੂ ਕਸ਼ਮੀਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜੋ ਸੋਚ ਹੈ ਉਹਨੂੰ ਤੁਸੀਂ ਪਹੁੰਚਾ ਸਕਦੇ ਹੋ। ਔਰ ਮਾਨ ਸਾਹਿਬ ਨੂੰ ਤੁਸੀਂ ਜਿਸ ਤਰ੍ਹਾਂ ਦੇ ਨਾਲ ਸਾਰੇ ਹੀ ਆਦਰ ਦੇ ਲਈ ਖੜੇ ਹੋਏ ਸਨ ਔਰ ਪਤਾ ਹੀ ਨਹੀਂ ਸੀਗਾ ਐਂਡ ਟਾਈਮ ਦੇ ਉੱਤੇ ਇਹੋ ਜਿਹਾ ਸਮਾਂ ਜਿਹੜਾ ਵੇਖਣ ਨੂੰ ਮਿਲ ਸਕੇਗਾ, ਜਿਹੜਾ ਕਿਸੇ ਨੇ ਦੂਰ ਦਰਾਰ ਤੱਕ ਵੀ ਨਹੀਂ ਸੋਚਿਆ ਹੋਵੇਗਾ। ਕੀ ਕਹਿਣਾ ਚਾਹੋਗੇ? 3 ਦਿਨ ਹੋ ਗਏ ਨੇ, ਅੱਜ ਤੱਕ ਤੇ ਮੈਨੂੰ ਲੱਗਦਾ ਦੌਰਾ ਵੀ ਖਤਮ ਹੋ ਜਾਣਾ ਸੀਗਾ ਉਹਨਾਂ ਦਾ, ਤੇ ਅੱਜ ਇਹੋ ਜਿਹਾ ਜਿਹੜੇ ਹਾਲਾਤ ਪੈਦਾ ਹੋ ਗਏ ਨੇ ਕਿ ਉਹਨਾਂ ਨੂੰ ਐਂਟਰੀ ਤੱਕ ਨਹੀਂ ਜਿਹੜੀ ਦਿੱਤੀ ਗਈ ਸੀਗੀ। ਤਾਂ ਕੀ ਕਹਿਣਾ ਚਾਹੋਗੇ ਵੀਰ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਆਪਣੀ ਸਮੁੱਚੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਇੱਥੇ ਜਿਤਨੇ ਵੀ ਸਾਡੀਆਂ ਸਿੱਖ ਜਥੇਬੰਦੀਆਂ ਨੇ, ਸਾਡੇ ਡਿਸਟ੍ਰਿਕਟ ਕਮੇਟੀ ਦੇ ਪ੍ਰਧਾਨ ਸਾਹਿਬ ਨੇ, ਹੋਰ ਅਹੁਦੇਦਾਰਾਂ ਨੇ, ਸਾਂਬਾ ਡਿਸਟ੍ਰਿਕਟ ਕਮੇਟੀ ਦੇ ਲੋਕ ਨੇ ਔਰ ਸਾਡੇ ਨੌਜਵਾਨ ਕਠੂਆ ਦੇ, ਜੰਮੂ ਦੇ, ਮੈਂ ਸਾਰਿਆਂ ਦੇ ਬਿਹਾਫ ਤੇ ਇੱਕ ਬਾਣੀ ਚੈਨਲ ਦਾ ਮੈਂ ਧੰਨਵਾਦ ਕਰਦਾ। ਔਰ ਕਿਉਂਕਿ ਇੱਕ ਬਾਣੀ ਚੈਨਲ ਲਗਾਤਾਰ 17 ਤਰੀਕ ਸ਼ਾਮ ਤੋਂ और मैं कहूँगा कि दिन तो आप जी लगातार जो समुचियाँ सिख संगतां ने सारे सिख जगत विच और आप जी ये जो इवेंट होया है
ਇਹ ਜੋ ਸਾਡੇ ਨਾਲ ਇੱਕ ਮੈਂ ਸਮਝਦਾ ਕਿ ਸਾਡੇ ਨਾਲ ਇੱਕ ਬੜਾ ਦਰਦਨਾਕ ਹਾਦਸਾ ਹੋਇਆ ਹੈ ਔਰ ਉਹ ਤੁਸੀਂ ਉਸ ਤੱਕ ਪਹੁੰਚਾ ਰਹੇ ਹੋ ਸਾਰੀ ਸਿੱਖ ਕੌਮ ਤੱਕ, ਉਸ ਲਈ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ। ਔਰ ਆਪ ਜੀ ਨੇ ਜਿਹੜੀ ਗੱਲ ਕੀਤੀ ਹੈ ਕਿ ਮੈਂ ਸਮਝਦਾ ਕਿ ਮਾਨ ਸਾਹਿਬ ਨੂੰ ਇਸ ਕਰਕੇ ਰੋਕਿਆ ਗਿਆ ਕਿਉਂਕਿ ਉਹ ਇੱਕ ਸਿੱਖ ਕੌਮ ਦੇ ਨਿਤੜਕ ਔਰ ਸੱਚੇ ਸੁੱਚੇ ਲੀਡਰ ਨੇ। ਔਰ ਇੱਕ ਇਹ ਗੱਲ ਪਹਿਲੀ ਵਾਰ ਹੋਈ ਸੀ ਕਿ ਮਾਨ ਸਾਹਿਬ ਪਹਿਲਾਂ ਵੀ ਜੰਮੂ ਕਸ਼ਮੀਰ ਵਿੱਚ ਆਉਂਦੇ ਸੀਗੇ, ਪਰ ਇਸ ਵਾਰ ਅਸੀਂ ਵਾਹਿਗੁਰੂ ਦੀ ਕਿਰਪਾ ਨਾਲ, ਮੈਂ ਆਪਣੇ ਸਾਥੀਆਂ ਦੀ ਬਦੌਲਤ, ਆਪਣੀ ਸਮੁੱਚੀ ਟੀਮ ਦੇ ਕਰਕੇ ਅਸੀਂ ਪਹਿਲੀ ਵਾਰ ਜੰਮੂ ਦੇ ਵਿੱਚ ਇੱਕ ਕੰਪਰੀਹੈਂਸਿਵ ਪ੍ਰੋਗਰਾਮ ਬਣਾਇਆ ਸੀ ਕਿਉਂਕਿ ਇੱਕ ਮਾਨ ਸਾਹਿਬ ਵਰਗੀ ਸ਼ਖਸੀਅਤ ਜਿਹੜੇ ਕਿ ਹਮੇਸ਼ਾ ਸਿੱਖ ਮਾਨਸਿਕਤਾ ਦੇ ਜੋ ਮੁੱਦੇ ਨੇ ਜੋ ਸਾਡੇ ਕੋਲ ਨੇ, ਔਰ ਉਹਨਾਂ ਨੇ ਇਸ ਵਾਰ ਖਾਸ ਕਰ ਜੰਮੂ ਦੇ ਵਿੱਚ ਜਿਸ ਤਰ੍ਹਾਂ ਕੰਪਰੀਹੈਂਸਿਵ ਪਲਾਨ ਆਪ ਜੀ ਨੇ ਜੋ ਪੂਰਾ ਸਾਡਾ ਪਰ ਉਸ ਪ੍ਰੋਗਰਾਮ ਦਾ ਵੇਰਵਾ ਦੇਖਿਆ ਹੋਣਾ ਹੈ ਕਿ ਅਸੀਂ ਸਮੁੱਚੀਆਂ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਔਰ ਸਮੁੱਚੇ ਜੋ ਸਾਡੇ ਗੁਰਦੁਆਰਾ ਸਾਹਿਬਾਨ ਦੇ ਜਿਹੜੇ ਸਾਡੇ ਅਹੁਦੇਦਾਰਾਂ ਨੇ ਔਰ ਸਮੁੱਚੀਆਂ ਸਾਡੇ ਇਲਾਕੇ ਦੀਆਂ ਜਿਹੜੀਆਂ ਸੰਗਤਾਂ ਨੇ ਉਹ ਜੰਮੂ ਤੋਂ ਲੈ ਕੇ ਅਸੀਂ ਉਹ ਸਾਰੀਆਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਿਸ ਤਰ੍ਹਾਂ ਅਸੀਂ ਇਸ ਵਕਤ ਅਸੀਂ ਰਾਤ ਨੂੰ ਅਖਨੂਰ ਵਿਖੇ ਹੋਣਾ ਸੀ ਔਰ ਸਵੇਰ ਅਸੀਂ ਅਖਨੂਰ ਤੋਂ ਅਸੀਂ ਪਹੁੰਚਣਾ ਸੀਗਾ ਨਗਾਲੀ ਸਾਹਿਬ। ਔਰ ਮੈਂ ਸਮਝਦਾ ਕਿ ਇਸੇ ਕਰਕੇ ਰੋਕਿਆ ਗਿਆ ਕਿ ਮਾਨ ਸਾਹਿਬ ਇੱਥੇ ਆ ਕੇ ਇੱਕ ਤੇ ਜਿਹੜੇ ਸਿੱਖਾਂ ਦੀਆਂ ਦੁੱਖ ਤਕਲੀਫਾਂ ਨੇ ਉਹ ਸੁਣ ਨਾ ਸਕਣ ਕਿਉਂਕਿ ਸਾਨੂੰ ਇਹ ਹਮੇਸ਼ਾ ਦਬਾ ਕੇ ਰੱਖਣਾ ਚਾਹੁੰਦੇ ਨੇ ਔਰ ਸਾਡੇ ਨਾਲ ਬੜਾ ਧੱਕਾ ਹੋਇਆ ਇੱਥੇ। ਸਾਡੀਆਂ ਜਿਸ ਤਰ੍ਹਾਂ ਛੋਟੀਆਂ ਛੋਟੀਆਂ ਡਿਮਾਂਡਸ ਨੇ, ਸਾਡੇ ਨਾਲ ਇੱਥੇ ਮੈਸੇਕੇਅਰਸ ਹੋਏ ਨੇ, ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਔਰ ਮੈਂ ਸਮਝਦਾ ਕਿ ਇਸ ਔਰ ਦੂਸਰੀ ਜਿਹੜੀ ਸਾਡੀ ਜੰਮੂ ਕਸ਼ਮੀਰ ਦੀ ਸਿਚੁਏਸ਼ਨ ਹੈ ਅੱਜ ਕਿ ਜੰਮੂ ਕਸ਼ਮੀਰ ਦਾ ਜੋ ਖਾਸ ਕਰ 5 ਅਗਸਤ 2019 ਤੋਂ ਬਾਅਦ ਇੱਥੇ ਸਿਚੁਏਸ਼ਨ ਹੈ ਉਹ ਬੜੀ ਚਿੰਤਾਜਨਕ ਹੈ। ਜਿਸ ਤਰ੍ਹਾਂ ਅੱਜ ਇੱਥੇ ਦਿਨੇ ਇੱਥੇ ਇੱਕ ਇੱਥੋਂ ਦੇ ਇੱਕ ਹਿੰਦੂ ਲੀਡਰ ਇੱਥੋਂ ਦੇ ਇੱਕ ਅਮਰੀਸ਼ ਜਸਰੋਟੀਆ ਜੀ ਇੱਥੇ ਆਏ ਸਨ। ਉਹਨਾਂ ਨੇ ਆ ਕੇ ਜੋ ਦੱਸਿਆ ਹੈ ਉਹ ਸਾਰੇ ਮੀਡੀਆ ਨੇ ਦੇਖਿਆ ਹੈ ਕਿ ਉਹਨਾਂ ਨੇ ਕਿਹਾ ਕਿ ਇੱਥੇ ਤੇ ਬਹੁਤ ਬੁਰੀ ਹਾਲਤ ਹੈ ਸਾਡੀ, ਸਾਨੂੰ ਤਾਂ ਪਤਾ ਹੀ ਕੋਈ ਨਹੀਂ ਸਾਨੂੰ ਇੱਥੇ ਕੌਣ ਰਿਊਲ ਕਰ ਰਿਹਾ ਹੈ। ਔਰ ਇਹ ਚੀਜ਼ਾਂ ਜਿਹੜੀਆਂ ਇਨਸਾਨੀ ਹਕੂਕ ਦੀਆਂ, ਸਾਡੇ ਹੱਕਾਂ ਦੀਆਂ, ਉਹ ਮਾਨ ਸਾਹਿਬ ਨੇ ਉਹ ਵੀ ਚੱਕਣੀਆਂ ਸਨ ਔਰ ਮੈਂ ਸਮਝਦਾ ਉਹਨਾਂ ਨੂੰ ਇਸੇ ਕਰਕੇ ਰੋਕਿਆ ਗਿਆ ਹੈ। ਲੇਕਿਨ ਇਹ ਬਹੁਤ ਬਦਕਿਸਮਤੀ ਹੈ, ਸਾਡੇ ਜਮਹੂਰੀ ਹੱਕਾਂ ਤੇ ਇਹ ਬੜਾ ਵੱਡਾ ਇੱਕ ਮੈਂ ਸਮਝਦਾ ਹਮਲਾ ਹੈ। ਔਰ ਕਿਉਂਕਿ ਮਾਨ ਸਾਹਿਬ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਹੀ ਨਹੀਂ ਹਨ, ਉਹ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਇੱਕ ਇਲੈਕਟਿਡ ਮੈਂਬਰ ਨੇ ਔਰ ਮੈਂ ਸਮਝਦਾ ਕਿ ਉਹਨਾਂ ਨੂੰ ਜੋ ਰੋਕਿਆ ਹੈ ਇਹ ਇੱਕ ਡੈਮੋਕ੍ਰੇਸੀ ਉੱਪਰ ਬਹੁਤ ਵੱਡਾ ਹਮਲਾ ਹੈ। ਜੀ ਪ੍ਰਧਾਨ ਸਾਹਿਬ, ਜਿਵੇਂ ਆਪਾਂ ਵੇਖ ਸਕਦੇ ਹਾਂ ਕਿ ਉਹ ਮੈਂਬਰ ਪਾਰਲੀਮੈਂਟ ਨੇ, 3 ਦਿਨ ਹੋ ਗਏ ਉਹਨਾਂ ਨੂੰ ਇੱਕ ਆਟੋ ਦੇ ਵਿੱਚ ਜਿਹੜੀਆਂ ਰਾਤਾਂ ਬਿਤਾਉਣੀਆਂ ਪਈਆਂ। ਜੇਕਰ ਮੈਂਬਰ ਪਾਰਲੀਮੈਂਟ ਹਾਊਸ ਦੇ ਵਿੱਚ ਆਵਾਜ਼ ਚੁੱਕਣ ਵਾਲੇ ਉਹਨਾਂ ਦੇ ਨਾਲ ਇਹ ਹੋ ਰਿਹਾ, ਇਸ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਅਸੀਂ ਕਹਿੰਦੇ ਹਾਂ ਲੋਕਤੰਤਰ ਦਾ ਅਸੀਂ ਹਿੱਸਾ ਹੈਗੇ ਹਾਂ, ਲੋਕਾਂ ਲਈ, ਲੋਕਾਂ ਦਾ ਤੇ ਲੋਕਾਂ ਦੁਆਰਾ, ਉਸੇ ਤੇ ਹੀ ਆਪਾਂ ਯਕੀਨ ਕਰਦੇ ਹਾਂ ਹਨ। ਤੇ ਆਮ ਇਨਸਾਨ ਦਾ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਆਮ ਇਨਸਾਨ ਦੇ ਨਾਲ ਕਿੰਨਾ ਕੁ ਤੁਸੀਂ ਦੇਖ ਸਕਦੇ ਹੋ ਕਿ ਕਿਸ ਲੈਵਲ? ਬਿਲਕੁਲ ਆਪ ਜੀ ਨੇ ਦਰੁਸਤ ਫਰਮਾਇਆ ਕਿ ਇੱਕ ਇਹ ਬਹੁਤ ਹੀ ਚਿੰਤਾਜਨਕ ਗੱਲ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਇੱਥੋਂ ਦੇ ਜਿਹੜੇ ਸਾਡੇ ਰੂਲਰਸ ਨੇ, ਐਡਮਿਨਿਸਟ੍ਰੇਟਰਸ ਨੇ, ਉਹ ਉਹਨਾਂ ਨੂੰ ਪਤਾ ਨਹੀਂ ਕੀ ਸੋਚ ਰਹੇ ਨੇ ਕਿ ਇੱਕ ਮੈਂਬਰ ਪਾਰਲੀਮੈਂਟ ਰਾਤ ਨੂੰ ਆਟੋ ਵਿੱਚ ਸੌਂਦਾ ਹੈ। ਔਰ ਅੱਜ ਜੋ ਵਾਕਿਆ ਹੋਇਆ ਸਾਡੇ ਪ੍ਰਧਾਨ ਸਾਹਿਬ ਤੁਹਾਨੂੰ ਡਿਟੇਲ ਨਾਲ ਦੱਸਣਗੇ ਅਦਾਲਤ ਦੇ ਵਿੱਚ ਕਿਉਂਕਿ ਇਹਨਾਂ ਨੇ ਉੱਥੇ ਪਲੀਡ ਕੀਤਾ ਵਕੀਲਾਂ ਦੇ ਨਾਲ, ਇੱਥੇ ਨਾਲ ਸਨ ਕਿ ਕਿਸ ਤਰ੍ਹਾਂ ਅੱਜ ਜੋ ਉੱਥੇ ਜੱਜ ਸਾਹਿਬ ਨੇ ਵੀ ਕਿਹਾ ਕਿ ਭਾਈ ਤੁਸੀਂ ਇਹਨਾਂ ਨੂੰ ਕਮ ਸੇ ਕਮ ਜੋ ਇਹਨਾਂ ਦਾ ਪ੍ਰੋਟੋਕੋਲ ਹੈ, ਜੋ ਇਹਨਾਂ ਦੀ ਜੋ ਕਮ ਸੇ ਕਮ ਇੱਕ ਮੈਂਬਰ ਪਾਰਲੀਮੈਂਟ ਨੇ, ਤੁਸੀਂ ਉਹਨਾਂ ਨੂੰ ਉੱਥੇ ਡਿਊ ਜੋ ਉੱਥੇ ਰਿਸਪੈਕਟ ਔਰ ਫੈਸਿਲਿਟੀਜ਼ ਉਹਨਾਂ ਨੂੰ ਦਿਓ। ਮੈਂ ਸਮਝਦਾ ਕਿ ਇਹ ਐਡਮਿਨਿਸਟ੍ਰੇਸ਼ਨ ਨੂੰ ਅੱਜ ਤੱਕ ਇਹਨਾਂ ਨੂੰ ਖਿਆਲ ਨਹੀਂ ਆਇਆ ਔਰ ਵਾਕਿਆ ਇਹ ਬੜੀ ਦੁਖਦਾਈ ਗੱਲ ਹੈ। ਔਰ ਮੈਂ ਸਮਝਦਾ ਕਿ ਇਹ ਜੋ ਸਾਡੀ ਸਿੱਖ ਮਾਨਸਿਕਤਾ ਹੈ ਉਸ ਨੂੰ ਆ ਕੇ ਮਾਨ ਸਾਹਿਬ ਨੇ ਝੰਜੋੜਿਆ ਕਿ ਭਾਈ ਦੇਖੋ ਸਾਡੇ ਨਾਲ ਕਿਤਨੇ ਵਿਤਕਰੇ ਹੋ ਰਹੇ ਨੇ, ਸਾਡੇ ਨਾਲ ਇਸ ਜੰਮੂ ਕਸ਼ਮੀਰ ਦੇ ਵਿੱਚ, ਇਸ ਮੁਲਕ ਦੇ ਵਿੱਚ, ਜਿਸ ਮੁਲਕ ਲਈ ਸਾਡੀ ਕੌਮ ਨੇ 90% ਕੁਰਬਾਨੀਆਂ ਦੇ ਕੇ ਅਸੀਂ ਆਜ਼ਾਦੀ ਲਈ ਹੈ, ਅੱਜ ਇਹ ਆਪਣਾ ਹੀ ਜੋ ਰਾਗ ਅਲਾਪ ਰਹੇ ਨੇ, ਅੱਜ ਇਹ ਹਿੰਦੂ ਰਾਸ਼ਟਰ ਦੀਆਂ ਔਰ ਨਫ਼ਰਤ ਦੀਆਂ ਗੱਲਾਂ ਕਰ ਰਹੇ ਨੇ। ਇਹ ਨਹੀਂ ਚੱਲੇਗਾ ਇੱਥੇ। ਅਸੀਂ ਡਟ ਕੇ ਇਹਦਾ ਵਿਰੋਧ ਕਰਾਂਗੇ। ਅਸੀਂ ਮਾਨ ਸਾਹਿਬ ਦੇ ਨਾਲ ਖੜੇ ਹਾਂ ਔਰ ਸਮੁੱਚੀ ਜੰਮੂ ਕਸ਼ਮੀਰ ਦੀ ਸਿੱਖ ਸੰਗਤ ਮਾਨ ਸਾਹਿਬ ਦੇ ਨਾਲ ਖੜੀ ਹੈ। ਔਰ ਖਾਸ ਕਰ ਮੈਂ ਸਾਰੀਆਂ ਡਿਸਟ੍ਰਿਕਟ ਕਮੇਟੀਆਂ ਦਾ, ਖਾਸ ਕਰ ਜੋ ਸਾਡੀ ਕਠੂਆ ਡਿਸਟ੍ਰਿਕਟ ਕਮੇਟੀ ਹੈ, ਸਾਂਬਾ ਡਿਸਟ੍ਰਿਕਟ ਕਮੇਟੀ ਹੈ, ਸਾਡੇ ਇੱਥੋਂ ਦੇ ਕਠੂਆ ਦੇ ਨੌਜਵਾਨ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਔਰ ਖਾਸ ਕਰ ਜੰਮੂ ਤੋਂ ਲਗਾਤਾਰ ਸਾਡੀਆਂ ਨੌਜਵਾਨਾਂ ਦੀਆਂ ਟੀਮਾਂ ਔਰ ਡਿਫਰੈਂਟ ਪੋਲੀਟੀਕਲ ਪਾਰਟੀਜ਼ ਦੇ, ਜਿਸ ਤਰ੍ਹਾਂ ਸਾਡੇ ਵਰਿੰਦਰ ਸਿੰਘ ਜੀ ਸੋਨੂ ਸਾਡੇ ਨਾਲ ਖੜੇ ਨੇ ਜੋ ਕਿ PDP ਦੇ ਬੁਲਾਰੇ ਨੇ, ਕਿਉਂਕਿ ਮਹਿਬੂਬਾ ਮੁਫਤੀ ਜੀ ਨੇ ਵੀ ਬੜਾ ਸਟੈਂਡ ਲਿਆ, ਫਾਰੂਕ ਅਬਦੁੱਲਾ ਜੀ ਨੇ ਵੀ ਬੜਾ ਸਟੈਂਡ ਲਿਆ, ਇੱਥੋਂ ਦੇ ਆਪੋਜੀਸ਼ਨ ਲੀਡਰਸ ਨੇ, ਅਸੀਂ ਸਭ ਦਾ ਧੰਨਵਾਦੀ ਹਾਂ। ਔਰ ਮੈਂ ਸਾਰੇ ਸਿੱਖ ਲੀਡਰਸ ਨੂੰ ਅਪੀਲ ਕਰਾਂਗਾ, ਖਾਸ ਕਰ ਬੜੇ ਇੱਕ ਦਰਦਮੰਦਾਨਾ ਅਪੀਲ ਕਰਾਂਗਾ ਕਿ ਉਹ ਜਿਹੜੇ ਆਪਣੇ ਆਪ ਨੂੰ ਸਿੱਖ ਲੀਡਰ ਕਹਿੰਦੇ ਨੇ ਉਹਨਾਂ ਨੂੰ ਸੁਬਾਹ ਇੱਥੇ ਆਉਣਾ ਚਾਹੀਦਾ ਹੈ। ਔਰ ਖਾਸ ਕਰ ਸਾਰੀ ਸਿੱਖ ਕੌਮ ਨੂੰ ਜਿਹੜੇ ਅੱਜ BJP ਦਾ ਰਾਗ ਅਲਾਪ ਰਹੇ ਨੇ, ਉਹ BJP ਦੇ ਨਾਲ ਜਿਹੜੇ ਲੋਕ ਜੁੜੇ ਨੇ ਉਹਨਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਤੁਸੀਂ ਦੱਸੋ ਅੱਜ ਤੁਹਾਡੇ ਕੌਮ ਦੇ ਹਿੱਤ, ਸਾਡੇ ਅਧਿਕਾਰ ਕਿੱਥੇ, ਅਸੀਂ ਕਿੱਥੇ ਖੜੇ ਨੇ, ਅਸੀਂ ਕਿੱਥੇ ਖੜੇ ਹਾਂ। ਉਹ ਕੌਮ ਨੂੰ ਜਵਾਬ ਦੇਣ ਆ ਕੇ ਔਰ ਸਾਰਿਆਂ ਨੂੰ ਸੁਬਾਹ ਇੱਥੇ ਆਉਣਾ ਚਾਹੀਦਾ ਮਾਨ ਸਾਹਿਬ ਦੇ ਕੋਲ। ਮੇਰੀ ਇਹ ਸਾਰਿਆਂ ਨੂੰ ਗੁਜ਼ਾਰਿਸ਼ ਹੈ, ਸਾਰੇ ਜਿਹੜੇ ਸਾਡੇ ਸੋ ਕਾਲਡ ਸਿੱਖ ਲੀਡਰਸ ਨੇ, ਇਹ ਬਹੁਤ ਹੀ ਦੁਖਦਾਈ ਗੱਲ ਹੈ। ਇਸ ਕਰਕੇ ਮੈਂ ਸਮਝਦਾ ਕਿ ਸਾਡੀ ਜਿਹੜੀ ਆਤਮਾ ਹੈ, ਸਾਡੀ ਜਿਹੜੀ ਸੋਚ ਹੈ, ਉਸ ਨੂੰ ਸਾਨੂੰ ਉਜਾਗਰ ਕਰਨਾ ਚਾਹੀਦਾ ਹੈ
ਔਰ ਸਾਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਕਿਸ ਤਰ੍ਹਾਂ ਇਕੱਠੇ ਹੋ ਕੇ ਜਮਹੂਰੀ ਢੰਗ ਤਰੀਕਿਆਂ ਦੇ ਨਾਲ ਆਪਣੇ ਹੱਕਾਂ ਦੇ ਨਾਲ ਅਸੀਂ ਲੜਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਜੀ। ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਕਠੂਆ ਦੇ ਪ੍ਰਧਾਨ ਸਾਹਿਬ ਨੇ, ਜਿਨ੍ਹਾਂ ਦਾ ਬਹੁਤ ਅਹਿਮ ਰੋਲ ਰਿਹਾ ਔਰ ਕਹਿੰਦੇ ਨੇ ਨਾ ਕਿ ਕੁਝ ਕਰਨ ਦੇ ਲਈ ਇੱਕ ਜਜ਼ਬਾ ਵੀ ਕਿਸੇ ਕਿਸੇ ਦੇ ਵਿੱਚ ਹੀ ਭਰਿਆ ਹੁੰਦਾ ਵਾ, ਕਿਸੇ ਕਿਸੇ ਤੋਂ ਹੀ ਪਰਮਾਤਮਾ ਕਰਾਉਂਦਾ ਹੈਗਾ। ਤੁਹਾਨੂੰ ਇੱਕ ਕਹਿ ਸਕਦੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਮਿਲੀ ਹੋਈ ਸੀਗੀ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਕਠੂਆ ਦਾ। ਆਪਾਂ ਵੇਖ ਰਹੇ ਸਨ ਸਾਡੇ ਵੀਰ ਹਰਵਿੰਦਰ ਸਿੰਘ ਜੀ ਸਵੇਰੇ ਤੋਂ ਹੀ, ਜਦੋਂ ਤੋਂ ਖਬਰ ਆਈ ਕਿ ਮਾਨ ਸਾਹਿਬ ਇੱਥੇ ਆ ਰਹੇ ਨੇ, ਉਸ ਤੋਂ ਪਹਿਲਾਂ ਮਾਹੌਲ ਕੁਝ ਹੋਰ ਸੀਗਾ। ਕੁਝ ਮਿੰਟਾਂ ਦੇ ਵਿੱਚ, ਚੰਦ ਮਿੰਟਾਂ ਦੇ ਵਿੱਚ ਮਾਹੌਲ ਬਦਲ ਗਿਆ ਔਰ ਇਸ ਸਿਚੁਏਸ਼ਨ ਨੂੰ ਸਾਂਭਣਾ, ਉਸ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਚੱਲਣਾ, ਤਾਂ ਕੀ ਉਦੋਂ ਤੋਂ ਲੈ ਕੇ ਹੁਣ ਤੱਕ ਤੁਸੀਂ ਵੇਖਿਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਕਿ ਇਸ ਵਕਤ ਰਾਤ ਦੇ ਵੀ ਇਸ ਮੌਕੇ ਦੇ ਆ ਕੇ ਤੁਸੀਂ ਜਿਹੜੀ ਕਵਰੇਜ ਲੈ ਰਹੇ ਹੋ ਔਰ ਇੱਕ ਬਾਣੀ ਦੀ ਜਿੱਥੇ ਤੁਹਾਡੀ ਇੱਕ ਵੱਖਰੀ ਇੱਕ ਅਡਰੀ ਪਹਿਚਾਣ ਹੈ। ਮੈਂ ਦੇਖਿਆ ਕਿ ਰਾਤ ਨੂੰ ਤੁਹਾਡੇ ਹਰਵਿੰਦਰ ਜੀ ਜਿਹੜੇ ਕਿ ਰਾਤ ਨੂੰ 12 ਵਜੇ ਇੱਥੇ ਜਿਹੜੀ ਕਵਰੇਜ ਕਰ ਰਹੇ ਸੀ। ਮੈਂ ਬਹੁਤ ਬਹੁਤ ਤੁਹਾਡਾ ਚੈਨਲ ਦਾ ਔਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਇਹ ਜਿਹੜਾ ਐਪੀਸੋਡ ਜਿਹੜਾ ਹੋਇਆ, ਸਾਡੇ ਨਾਲ ਸਰਦਾਰ ਨਰਿੰਦਰ ਸਿੰਘ ਹੋਰਾਂ ਨੇ ਗੱਲ ਕੀਤੀ ਕਿ ਸਾਡੇ ਕੋਲ ਮਾਨ ਸਾਹਿਬ ਆ ਰਹੇ ਹੈ ਤੇ ਇਹਨਾਂ ਦਾ ਸਵਾਗਤ ਕਰਨਾ, ਵੈਲਕਮ ਕਰਨਾ। ਪਹਿਲੇ ਤਾਂ ਅਸੀਂ ਸੋਚਿਆ ਕਿ ਚਲੋ ਕਠੂਆ ਗੁਰਦੁਆਰਾ ਸਾਹਿਬ ਲੈ ਜਾਵਾਂਗੇ, ਲੇਕਿਨ ਇਹਨਾਂ ਨੇ ਕਿਹਾ ਕਿ ਸਾਡੇ ਕੋਲ ਟਾਈਮ ਨਹੀਂ ਹੈ ਤੇ ਅਸੀਂ ਲਖਨਪੁਰ ਦੇ ਵਿੱਚ ਉਹਨਾਂ ਦਾ ਅਰੇਂਜਮੈਂਟ ਕੀਤਾ ਔਰ ਕਠੂਏ ਦੇ ਜਿਹੜੇ ਵੀ ਪ੍ਰੋਮੀਨੈਂਟ ਲੋਕ ਸਨ ਸ਼ਾਰਟ ਟਾਈਮ ਦੇ ਵਿੱਚ ਸਾਰਿਆਂ ਨੂੰ ਉੱਥੇ ਬੁਲਾਇਆ ਤੇ ਸਾਨੂੰ ਇਹਨਾਂ ਨੇ 2 ਵਜੇ ਦਾ ਟਾਈਮ ਦਿੱਤਾ ਸੀ, ਲੇਕਿਨ ਸੰਗਤਾਂ ਜਿਹੜੀਆਂ ਉੱਥੇ ਸਾਡੀਆਂ ਸਾਰੇ ਅਸੀਂ 1 ਵਜੇ ਉੱਥੇ ਅਸੀਂ ਪਹੁੰਚ ਗਏ ਸੀ। ਤੇ ਜਿਉਂ-ਜਿਉਂ ਟਾਈਮ ਬੀਤਦਾ ਗਿਆ ਤੇ ਸ਼ਾਮ ਨੂੰ ਜਿਸ ਵਕਤ ਇਹ ਆਏ ਤੇ ਸਾਨੂੰ ਕੋਈ ਇੱਥੋਂ ਮਹਿਸੂਸ ਹੋਣ ਲੱਗ ਪਿਆ ਸੀ ਕਿ ਇਹਨਾਂ ਨੂੰ ਉੱਥੇ ਇਹਨਾਂ ਦਾ ਰਸਤਾ ਰੋਕਿਆ ਜਾਏਗਾ। ਵਾਕਈ ਉਹੀ ਗੱਲ ਹੋਈ, ਜਿਸ ਵਕਤ ਉਹ ਇੱਥੇ ਪਹੁੰਚੇ ਤੇ ਇੱਥੇ ਪੁਲਿਸ ਨੇ ਬੈਰੀਕੇਡ ਔਰ ਲਗਾ ਕੇ ਤੇ ਸਾਰਾ ਬੰਦ ਕਰ ਦਿੱਤਾ। ਤੇ ਅਸੀਂ ਜਿਸ ਵਕਤ ਆਏ ਹਾਂ ਤੇ ਸਾਨੂੰ ਬੜੇ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਇਹ ਤੇ ਬਦੋ-ਬਦੀ ਹੀ ਜ਼ਬਰਦਸਤੀ ਜਿਹੜੀ ਹੈ ਕਿ ਇੱਕ ਮੈਂਬਰ ਪਾਰਲੀਮੈਂਟ ਦੇ ਨਾਲ ਇਸ ਤਰ੍ਹਾਂ ਕੀਤਾ ਜਾ ਰਿਹਾ, ਉਹ ਸਾਡੇ ਕੋਲੋਂ ਬਰਦਾਸ਼ਤ ਨਹੀਂ ਹੋਇਆ। ਫਿਰ ਜੋ ਅਸੀਂ ਬੋਲ ਸਕਦੇ ਸੀ, ਜਿਹੜੀ ਗੱਲ ਕਰਨੀ ਸੀ, ਉਹ ਅਸੀਂ ਐਡਮਿਨਿਸਟ੍ਰੇਸ਼ਨ ਦੇ ਨਾਲ ਕੀਤੀ, ਲੇਕਿਨ ਸਾਡੀ ਇੱਕ ਨਹੀਂ ਸੁਣੀ ਗਈ। ਲੇਕਿਨ ਦੇਖਦੇ ਹੀ ਦੇਖਦੇ ਅਸੀਂ ਦੇਖਿਆ ਕਿ ਇੱਥੇ ਬਖਤਰਬੰਦ ਗੱਡੀਆਂ ਤੇ ਇਤਨੀ ਮਿਲਟਰੀ ਬੈਲਟ ਫੋਰਸਸ, CISF, ਦੂਸਰਾ ਤੀਸਰਾ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਸ ਤਰ੍ਹਾਂ ਕੋਈ ਕਾਰਗਿਲ ਦੀ ਯੁੱਧ ਲੱਗਣ ਲੱਗਾ ਇੱਥੇ। ਤੇ ਸਾਨੂੰ ਬੜਾ, ਫਿਰ ਅਸੀਂ ਮੈਸੇਜ ਕੀਤਾ ਆਪਣੇ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਜਿਹੜੇ ਸਾਡੇ ਲਾਗੇ ਬੰਨੇ ਦੇ ਜਿਹੜੇ ਲੋਕ ਸਨ ਉਹਨਾਂ ਨੂੰ ਵੀ ਸਾਰਿਆਂ ਨੂੰ ਬੁਲਾਇਆ ਤੇ ਬੁਲਾ ਕੇ ਫਿਰ ਇਹ ਕਾਫਲਾ ਜਿਹੜਾ ਫਿਰ ਵੱਧਦਾ ਗਿਆ। ਫਿਰ ਜੰਮੂ ਤੋਂ ਵੀ, ਕਠੂਏ ਤੋਂ ਵੀ, ਸਾਰੇ ਜਿਹੜੀ ਸਾਡੀ ਪੂਰਾ ਜਿਹੜੀ ਸਾਡੇ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੀ ਪੂਰੀ ਟੀਮ ਹੈ ਸਾਡੀ, ਸਾਰੀ ਆ ਕੇ ਇੱਥੇ ਬਹਿ ਕੇ ਅਸੀਂ ਇੱਥੇ ਸਾਰੇ ਆ ਕੇ ਬੈਠ ਕੇ ਤੇ ਸਾਡੀ ਇਹ ਪਲੈਨਿੰਗ ਸੀ ਕਿ ਮਾਨ ਸਾਹਿਬ ਆ ਰਹੇ ਆ ਤੇ ਚਲੋ ਜਿਹੜੀਆਂ ਸਾਡੀ ਡਿਸਕ੍ਰਿਮੀਨੇਸ਼ਨ ਜਿਹੜੀਆਂ ਸਾਡੇ ਨਾਲ ਹੋ ਰਹੀਆਂ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਤੇ ਅਗਰ ਇਹਨਾਂ ਨੇ ਗਵਰਨਰ ਸਾਹਿਬ ਨਾਲ ਮਿਲਣਗੇ ਤੇ ਗੱਲਾਂ ਕਰਨਗੇ ਤੇ ਉਹਦੇ ਬਾਅਦ ਨੇ ਰਿਮਾਈਂਡਰ ਵੀ ਦਿੱਤੇ ਔਰ ਕਿੰਨਾ ਆਪਣੀਆਂ ਡਿਮਾਂਡਾਂ ਵੀ ਦਸੀਆਂ, ਲੇਕਿਨ ਉਹ ਉੱਥੇ ਤੱਕ ਹੀ ਸੀਮਤ ਰਹੀਆਂ। ਤੇ ਸ਼ਾਹ ਸਾਹਿਬ ਸ਼੍ਰੀਨਗਰ ਵੀ ਗਏ ਤੇ ਉੱਥੇ ਵੀ ਜਾ ਕੇ ਉਹਨਾਂ ਨੇ ਗੁਰਦੁਆਰੇ ਮੱਥਾ ਟੇਕਿਆ ਤੇ ਦੂਸਰੀ ਕੋਈ ਕਮਿਊਨਿਟੀ ਦੀ ਕੋਈ ਗੱਲ ਨਹੀਂ ਕੀਤੀ। ਤੇ ਬਾਕੀ ਜਿਹੜੇ ਦੂਸਰੇ OBC, ST, SC ਜਿਹੜੇ ਵੀ ਦੂਸਰੇ ਕਮਿਊਨਿਟੀ ਦੇ ਲੋਕ ਸਨ ਉਹਨਾਂ ਦੇ ਵਾਸਤੇ ਬੜਾ ਕੁਝ ਘੋਸ਼ਣਾ ਕਰਕੇ ਗਏ। ਲੇਕਿਨ ਸਾਨੂੰ ਇਹ ਦੁੱਖ ਸੀਗਾ ਕਿ ਸਾਡੇ ਮਾਨਯੋਗ ਮਹੰਤ ਮਨਜੀਤ ਸਿੰਘ ਹੋਰਾਂ ਨੇ ਵੀ ਉਹਨਾਂ ਨੂੰ ਨਗਾਲੀ ਸਾਹਿਬ ਬੁਲਾਇਆ ਸੀ, ਉਹਨਾਂ ਨੇ ਵੀ ਮੈਮੋਰੈਂਡਮ ਦਿੱਤਾ ਤੇ ਸਾਡੇ ਜਿਹੜੇ ਜੰਮੂ ਵਾਲਿਆਂ ਨੇ ਵੀ ਦਿੱਤਾ ਤੇ ਸ਼੍ਰੀਨਗਰ ਵਾਲਿਆਂ ਨੇ ਦਿੱਤਾ, ਲੇਕਿਨ ਅਸਰ ਕੋਈ ਨਹੀਂ ਹੋਇਆ। ਤੇ ਅਸੀਂ ਇੱਕ ਸੌਖਾ ਤਰੀਕਾ ਲੱਭਿਆ ਕਿ ਮੈਂਬਰ ਪਾਰਲੀਮੈਂਟ ਹੈ, ਇਹਦੇ ਨਾਲ ਅਸੀਂ ਗੱਲ ਕਰਾਂਗੇ ਤੇ ਆਪੇ ਆਵਾਜ਼ ਚੱਕਣਗੇ। ਇੱਥੇ ਆਵਾਜ਼ ਕੀ ਚੱਕਣੀ ਸੀ ਕਿ ਇੱਕ ਮੈਂਬਰ ਪਾਰਲੀਮੈਂਟ ਨੂੰ ਇੱਥੇ ਕੈਦ ਕਰ ਲਿਆ ਗਿਆ ਤੇ ਇਹਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ। ਵੀਰ ਜੀ ਇਹ ਤਾਂ ਨਹੀਂ ਦੇਖਦੇ, ਜਿਵੇਂ ਦੇਖੋ ਕਈ ਵਾਰੀ ਆਪਾਂ ਨੇ ਆਪਣੇ ਲਈ ਬਦਕਿਸਮਤੀ ਹੈ ਕਿ ਸਾਡੇ ਆਪਸ ਦੇ ਵਿੱਚ ਪੱਟ ਧਾੜ ਹੈਗੀ ਆ। ਬਹੁਤ ਸਾਰੇ ਇਹੋ ਜਿਹੇ ਚਿਹਰੇ ਨੇ ਜਿਨ੍ਹਾਂ ਨੂੰ ਇੱਥੇ ਹੋਣਾ ਚਾਹੀਦਾ, ਉਹ ਚਿਹਰੇ ਇੱਥੇ ਨਹੀਂ ਹੈਗੇ। ਪਰ ਕਿਆ ਇਹ ਹੁਣ ਇਹ ਤਾਂ ਨਹੀਂ ਹੋ ਗਿਆ ਸੀਗਾ ਕਿ ਦੇਖੋ ਜੇਕਰ MP ਸਾਹਿਬ ਇੱਥੇ ਖੜੇ ਹੋਏ ਨੇ ਹਨਾ, ਕਿ
ਉਹਨਾਂ ਕਿਤੇ ਨਾ ਕਿਤੇ ਇਹ ਚੀਜ਼ ਸਾਡੇ ਆਪਸ ਦੇ ਵਿੱਚ ਤਾਂ ਨਹੀਂ ਆ ਗਈ ਸੀ ਕਿ ਐਮਪੀ ਸਾਹਿਬ ਨੂੰ ਬੁਲਾ ਕੌਣ ਰਿਹਾ। ਜੇਕਰ ਐਮਪੀ ਸਾਹਿਬ ਉੱਧਰ ਜਾਂਦੇ ਨੇ ਤਾਂ ਹੁਣ ਐਮਪੀ ਸਾਹਿਬ ਪਾਰ ਕਰਨਗੇ। ਇਹਦੇ ਵਿੱਚ ਕਿ ਜਿਨ੍ਹਾਂ ਨੂੰ ਇੱਕ ਹੁੰਦਾ ਨਾ ਕ੍ਰੈਡਿਟ ਦਾ, ਕਿ ਇਹ ਨਾ ਹੋ ਜਾਵੇ ਵੀ ਭਾਈ ਇਹ ਐਮਪੀ ਸਾਹਿਬ ਨੂੰ ਇਹਨਾਂ ਨੇ ਬੁਲਾਇਆ ਸੀ ਤੇ ਐਮਪੀ ਸਾਹਿਬ ਬੜੇ ਸਤਿਕਾਰ ਦੇ ਨਾਲ ਉੱਧਰ ਨੂੰ ਚੱਲ ਗਏ ਤੇ ਹੁਣ ਇਹਦੇ ਨਾਲ ਇਦਾਂ ਜਿਵੇਂ ਆਪਾਂ ਕਹਿ ਸਕਦੇ ਕਿ ਇਹ ਮਾਹੌਲ ਦੇਖਿਆ ਜਾਂਦਾ। ਇਹ ਕਿਆ ਐਸਾ ਵੀ ਕੋਈ ਹੈ ਕਿ ਭਈ ਹੁਣ ਅਸੀਂ ਜੇਕਰ ਇਸ ਟਾਈਮ ਜਾ ਕੇ ਖੜਾਂਗੇ ਤੇ ਸਾਰੇ ਦਿਨ ਤਾਂ ਇਹ 3 ਦਿਨ ਤਾਂ ਇਹਨਾਂ ਨੇ ਖੜੇ ਰਹਿ ਗਏ ਤੇ ਕਿਤੇ ਨਾ ਕਿਤੇ ਹੁੰਦਾ ਇਹ। ਹਾਂ, ਇਹ ਇਸ ਤਰ੍ਹਾਂ ਹੋਇਆ। ਇਹ ਤੇ ਗੱਲ ਇਸ ਤਰ੍ਹਾਂ ਕਿ ਜਿਸ ਵਕਤ ਇਹ ਆਏ, ਪਹਿਲਾਂ ਤੇ ਐਮਪੀ ਸਾਹਿਬ ਦੇ ਆਉਣ ਤੇ ਤੁਹਾਡੇ ਵਾਲੀ ਗੱਲ ਕਿ ਕਈ ਲੋਕਾਂ ਨੂੰ ਇਹ ਡਰ ਸੀ ਕਿ ਕੈਮਰੇ ਦੇ ਸਾਹਮਣੇ ਆਗੇ ਕਿਧਰੇ ਇਹ ਨਾ ਹੋਵੇ ਕਿ ਪੁਲਿਸ ਸ਼ਾਮੀ ਸਾਡੇ ਘਰ ਆ ਜਾਏ ਤੇ ਚੁੱਕ ਕੇ ਲੈ ਜਾਏ। ਤੇ ਇਸ ਤਰ੍ਹਾਂ ਦਾ ਹੋਇਆ ਵੀ। ਮੈਨੂੰ ਵੀ ਕਿਹਾ ਗਿਆ ਕਿ ਬਈ ਤੁਸੀਂ ਘਰ ਤੋਂ ਬਾਹਰ ਨਹੀਂ ਨਿਕਲਣਾ, ਮੇਰੇ ਤੇ ਪਾਬੰਦੀ ਲਗਾਈ ਗਈ। ਲੇਕਿਨ ਮੈਂ ਕਿਹਾ ਕਿ ਗੁਰੂ ਸਾਹਿਬ ਦਾ ਫਰਮਾਨ ਹੈ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਤੇ ਜੇ ਸੱਚੇ ਜੇ ਤੁਸੀਂ ਆਪਣੀ ਕੌਮ ਦੇ ਲਈ ਦਰਦ ਹੈ, ਜੇ ਆਪਣੇ ਇਲਾਕੇ ਲਈ ਦਰਦ ਹੈ, ਤੇ ਜੇ ਆਪਣਾ ਕੌਮ ਦਾ ਇੱਕ ਲੀਡਰ ਅਗਰ ਉਹ ਆਇਆ ਦਾ ਤੇ ਜੇ ਅਸੀਂ ਘਰ ਛੁਪ ਕੇ ਬਹਿ ਜਾਈਏ ਤੇ ਮੈਂ ਕਹਿੰਦਾ ਕਿ ਬਦਕਿਸਮਤੀ ਹੈ ਕਿ ਜਿਨ੍ਹਾਂ ਲੋਕਾਂ ਨੇ ਸਾਨੂੰ ਚੁਣ ਕੇ ਨੁਮਾਇੰਦਾ ਭੇਜਿਆ, ਜੇ ਅਸੀਂ ਅੰਦਰ ਵੜ ਜਾਈਏ। ਤੇ ਮੈਨੂੰ ਇੱਥੋਂ ਤੱਕ ਕਿ ਕਿਹਾ ਗਿਆ ਕਿ ਤੁਹਾਡੇ ਉੱਪਰ ਕੇਸ ਵੀ ਬਣ ਸਕਦਾ ਜਿਸ ਤਰ੍ਹਾਂ ਤੁਸੀਂ ਸਪੋਰਟ ਕਰ ਰਹੇ ਹੋ। ਮੈਂ ਆਪਣੀ ਸੰਗਤਾਂ ਨੂੰ ਅਪੀਲ ਕੀਤੀ ਕਿ ਜਿਹੜੇ ਕਿ ਮਾਨ ਸਾਹਿਬ ਆਇਆ ਤੇ ਕੋਸ਼ਿਸ਼ ਸਾਰੇ ਕਰੋ, ਜਿਹੜੀ ਵੀ ਸਾਡੀ ਲਾਗੇ ਬੰਨੇ ਦੀ ਜਿਹੜੀ ਸੰਗਤ ਹੈ ਸਾਰੀ ਇੱਥੇ ਪਹੁੰਚੇ ਤੇ ਸਾਰੇ ਅਸੀਂ ਇੱਥੇ ਇਕੱਠੇ ਹੋਈਏ। ਲੇਕਿਨ ਉਹ ਐਡਮਿਨਿਸਟ੍ਰੇਸ਼ਨ ਤੱਕ ਗੱਲ ਪਹੁੰਚੀ ਤੇ ਮੈਨੂੰ ਡਾਇਰੈਕਟ ਧਮਕੀ ਵੀ ਦਿੱਤੀ ਗਈ ਕਿ ਤੁਸੀਂ ਅਗਰ ਇਸ ਤਰ੍ਹਾਂ ਕਰੋਗੇ ਤੇ ਸਾਰੀ ਗੱਲਬਾਤ, ਅਗਰ ਕੋਈ ਹਾਦਸਾ ਹੋਇਆ ਜਾਂ ਕੋਈ ਮਾਹੌਲ ਖਰਾਬ ਹੋਇਆ ਤੇ ਪਹਿਲਾਂ ਤੁਹਾਡਾ ਨੰਬਰ ਲੱਗੇਗਾ। ਮੈਂ ਕਿਹਾ ਕਿ ਗੱਲ ਹੈ ਕਿ ਅਸੀਂ ਗੁਰਬਾਣੀ ਪੜ੍ਹਦੇ ਹਾਂ ਤੇ ਗੁਰਬਾਣੀ ਪੜ੍ਹਨ ਵਾਲੇ ਹਾਂ ਔਰ ਗੁਰਬਾਣੀ ਦੇ ਲੈਕਚਰ ਲੋਕਾਂ ਨੂੰ ਦੇਣ ਵਾਲੇ ਹਾਂ। ਤੇ ਜੇ ਅਸੀਂ ਛਪ ਕੇ ਅੰਦਰ ਬਹਿ ਗਏ ਤੇ ਅਸੀਂ ਤੇ ਗੁਰਪੁਰਬਾਂ ਤੇ ਕਹਿੰਦੇ ਆ, ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਠ, ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ। ਬਸ ਤੁਹਾਡੀ ਮੰਗ ਗਲਤ ਨਹੀਂ ਹੋਣੀ ਚਾਹੀਦੀ। ਦੇਖੋ ਜਿਵੇਂ ਹੁਣ ਜਿਹੜੀ ਡਿਮਾਂਡ ਦੇ ਲਈ ਤੁਸੀਂ ਬੈਠੇ ਹੋ, ਜਿਹੜੀ ਗੱਲ ਦੇ ਲਈ ਐਮਪੀ ਮਾਨ ਸਾਹਿਬ ਬੈਠੇ ਹੋਏ ਨੇ, ਉਹਦੇ ਵਿੱਚ ਤੁਸੀਂ ਇਹੀ ਹੈ ਨਾ ਕਿ ਸਾਨੂੰ ਇਹ ਦੱਸਿਆ ਗਿਆ ਕਿ ਗਲਤ ਅਸੀਂ ਕੋਈ ਮੰਗ ਤੁਹਾਡੀ ਇਹ ਤਾਂ ਹੈ ਨਹੀਂ ਕਿ ਜਿਹਦੇ ਨਾਲ ਪ੍ਰਸ਼ਾਸਨ ਨੂੰ ਨੁਕਸਾਨ ਹੋ ਰਿਹਾ ਹੋਵੇ। ਕੋਈ ਮੰਗ ਇਹ ਤਾਂ ਹੈ ਨਹੀਂ। ਸਾਨੂੰ ਵੀ ਪਤਾ ਸਾਡੀ ਲਿਮਿਟੇਸ਼ਨਸ ਕਿੱਥੀਆਂ ਨੇ, ਸਾਨੂੰ ਵੀ ਪਤਾ ਸਾਡੀ ਬਾਉਂਡਰੀਜ਼ ਕਿੱਥੀਆਂ ਨੇ। ਕਿ ਕਿਆ ਐਸਾ ਹੁੰਦਾ ਕਿ ਕਿਤੇ ਲੱਗਿਆ ਕਿ ਤੁਸੀਂ ਬਾਉਂਡਰੀਜ਼ ਕ੍ਰਾਸ ਕਰਦੇ ਜਾ ਰਹੇ ਹੋ? ਐਸੀ ਕੋਈ ਗੱਲ ਨਹੀਂ ਸੀ। ਸਾਡੀਆਂ ਜਿਹੜੀਆਂ ਜੰਮੂ ਕਸ਼ਮੀਰ ਦੀਆਂ ਜਿਹੜੀਆਂ ਮੰਗਾਂ ਸੀ ਅਸੀਂ ਉਹਦੀ ਗੱਲ ਕਰਨੀ ਸੀ। ਤੇ ਜੇ ਐਡਮਿਨਿਸਟ੍ਰੇਸ਼ਨ ਨੂੰ ਡਰ ਇੱਕ ਬੰਦੇ ਦਾ ਹੈ ਤੇ ਅਗਰ ਕੋਈ ਬੋਲਦਾ ਤੇ ਇਹਦੇ ਕੋਲ ਬਥੇਰਾ ਕੁਝ ਸਿਸਟਮ ਹੈ, ਗ੍ਰਿਫਤਾਰ ਕਰ ਸਕਦੇ ਆ, ਅਰੈਸਟ ਕਰ ਸਕਦੇ ਆ। ਈਵਨ ਕਿ ਮਾਨ ਸਾਹਿਬ ਮੈਨੂੰ ਕਹਿੰਦੇ ਰਹੇ, ਸਾਨੂੰ ਇੱਥੇ ਸਾਰਿਆਂ ਨੂੰ ਕਹਿੰਦੇ ਰਹੇ ਕਿ ਵੀ ਦੱਸੋ ਮੈਨੂੰ ਕਿਸ ਵਜ੍ਹਾ ਨਾਲ ਰੋਕਿਆ ਜਾ ਰਿਹਾ ਤੇ ਤੁਸੀਂ ਮੈਂ ਅਗਰ ਗਲਤ ਕੋਈ ਕੰਮ ਕਰ ਰਿਹਾ ਤਾਂ ਮੈਨੂੰ ਤੁਸੀਂ ਅਰੈਸਟ ਕਰ ਲਓ, ਗ੍ਰਿਫਤਾਰ ਕਰ ਲਓ। ਤੇ ਐਸਾ ਕੋਈ ਹੈ ਹੀ ਨਹੀਂ ਸੀ ਕਿ ਜਿਹਦੇ ਨਾਲ ਇਹ ਬਿਲਾ ਵਜ੍ਹਾ ਹੀ, ਕਿਉਂਕਿ ਇਹ ਹਕੂਮਤਾਂ ਦੇ ਇਹ ਸਾਰਾ ਜਿਹੜਾ ਹੇਰ ਫੇਰ ਹੈ। ਕਿਉਂਕਿ ਅਗਰ ਮਾਨ ਸਾਹਿਬ ਅਗਰ ਮੰਨ ਲਓ ਜੰਮੂ ਦੇ ਅੰਦਰ ਜਾਂਦੇ ਨੇ, ਕਸ਼ਮੀਰ ਦੇ ਅੰਦਰ ਜਾਂਦੇ ਨੇ, ਅਗਰ ਉਹ ਗੱਲ ਕਰਦੇ ਨੇ, ਅਗਰ ਲੋਕਾਂ ਦੀ ਗੱਲ ਸੁਣਦੇ ਨੇ, ਜਿਹੜੇ ਦੱਬੇ ਕੁਚਲੇ ਦੇ ਲੋਕ ਨੇ ਜਿਹਨਾਂ ਨੂੰ ਜ਼ਬਰਦਸਤੀ ਦਬਾਇਆ ਗਿਆ, ਅਗਰ ਉਹ ਗੱਲ ਜਾ ਕੇ ਸੰਸਦ ਵਿੱਚ ਕਰਦੇ ਨੇ ਔਰ ਗੱਲ ਕਰਦੇ ਨੇ ਤੇ ਇਹਨਾਂ ਨੂੰ ਇਤਨਾ ਖਤਰਾ ਕਿਉਂ ਹੋ ਗਿਆ? ਜੇ ਇਹਨਾਂ ਨੂੰ ਇਹ ਪਰੇਸ਼ਾਨੀ ਹੋ ਗਈ ਕਿ ਅਸੀਂ ਜਾ ਕੇ ਕਸ਼ਮੀਰ ਦੇ ਅੰਦਰ ਬਿਆਨ ਦਿੰਦੇ ਹਾਂ ਕਿ ਬੜੀ ਇੱਥੇ ਸੁੱਖ ਸ਼ਾਂਤੀ ਹੈ, ਕੋਈ ਲੋੜ ਨਹੀਂ ਹੈ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ, ਜੰਮੂ ਦੇ ਅੰਦਰ ਕਮੀ ਨਹੀਂ ਹੈ, ਤੇ ਫਿਰ ਇੱਕ ਮੈਂਬਰ ਪਾਰਲੀਮੈਂਟ ਕੋਲੋਂ ਡਰਨ ਦੀ ਕੀ ਜ਼ਰੂਰਤ ਹੈ? ਅਗਰ ਜੇ ਇਹਨਾਂ ਨੇ ਗੱਲ ਕਰਨੀ ਸੀ ਤੇ ਸੰਵਿਧਾਨ ਦੇ ਦਾਇਰੇ 'ਚ ਹੀ ਕਰਨੀ ਸੀ। ਤੇ ਜੇ ਉਹਦੇ ਖਿਲਾਫ ਕਰਦੇ ਤੇ ਤੁਹਾਡੇ ਕਾਨੂੰਨ ਕਾਇਦੇ ਨੇ, ਬੈਲਟ ਫੋਰਸਿਸ ਹਨ ਤੁਹਾਡੇ ਕੋਲ, ਸਾਰੀ ਹਕੂਮਤ ਤੁਹਾਡੇ ਕੋਲ ਹੈ ਤੇ ਤੁਸੀਂ ਉਸ ਵਕਤ ਵੀ ਇਹਨਾਂ ਨੂੰ ਅਰੈਸਟ ਕਰ ਸਕਦੇ ਸੀ, ਗ੍ਰਿਫਤਾਰ ਕਰ ਸਕਦੇ ਸੀ। ਇਹ ਤੇ ਬਿਲਾ ਵਜ੍ਹਾ ਇੱਕ ਤਬਕੇ ਨੂੰ, ਇੱਕ ਪਾਰਟੀ ਨੂੰ ਖੁਸ਼ ਕਰਨ ਵਾਸਤੇ ਜਿਹੜਾ ਕਿ ਇਹ ਸਾਰਾ ਡਰਾਮਾ ਜਿਹੜਾ ਇਹ ਰਚਿਆ ਗਿਆ। ਜੀ ਅਖੀਰ ਦੇ ਵਿੱਚ ਜਿਵੇਂ ਅੱਜ ਸਾਰਾ ਇਹ ਕੋਰਟ ਦੇ ਵੱਲੋਂ ਵੀ ਫੈਸਲਾ ਆਇਆ ਕਿ ਕੁਝ ਜਾਣਕਾਰੀ ਨਿਕਲ ਕੇ ਆ ਰਹੀ ਹੈ, ਕਿਵੇਂ ਹੁਣ ਲੱਗਦਾ ਹੈਗਾ ਕਿ ਕੁਝ ਸਮੇਂ ਦੇ ਵਿੱਚ ਮਾਨ ਸਾਹਿਬ ਜੰਮੂ ਕਸ਼ਮੀਰ ਦਾ ਦੌਰਾ ਕਰਨਗੇ? ਅੱਜ ਦਾ ਜਿਹੜਾ ਅਸੀਂ ਕੋਰਟ ਦੇ ਵਿੱਚ ਗਏ ਆ ਤੇ ਜੱਜ ਸਾਹਿਬ ਨੇ ਜਿਹੜਾ ਅਸੀਂ ਦੇਖਿਆ ਕਿ ਉਹਨਾਂ ਨੇ ਜਿਹੜਾ ਜਿਸ ਤਰ੍ਹਾਂ ਸਾਨੂੰ ਵਕੀਲ ਨੇ ਦੱਸਿਆ ਔਰ ਬਾਹਰ ਆ ਕੇ ਉਸਨੇ ਪ੍ਰੈਸ ਕਾਨਫਰੰਸ ਵੀ ਕੀਤੀ ਆ, ਉਸਨੇ ਦੱਸਿਆ ਕਿ ਜਿਸ ਤਰ੍ਹਾਂ ਕਿ ਜੱਜ ਇਹਨਾਂ ਦੀਆਂ ਪਰਮਿਸ਼ਨਸ ਬਣੀ ਦੀਆਂ ਸੀ ਆਉਣ ਦੀਆਂ ਔਰ ਹਿਦਾਇਤ ਦਿੱਤੀ ਗਈ ਸੀ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਨੂੰ ਕਿ ਇਹਨਾਂ ਦਾ ਆਓ ਭਗਤ ਕੀਤੀ ਜਾਏ ਔਰ ਮਾਨ ਸਨਮਾਨ ਦੇ ਨਾਲ ਇਹਨਾਂ ਨੂੰ ਪਹੁੰਚਾਇਆ ਜਾਏ। ਲੇਕਿਨ
ਇਹਨਾਂ ਨੇ ਜਿਹੜੇ ਆਪਣੇ ਆਰਡਰ ਸਨ, ਜਿਹੜੀਆਂ ਪਰਮਿਸ਼ਨਾਂ ਸਨ, ਉਹ ਵੀ ਨਾਲ ਉਸਦੇ ਲਗਾਈਆਂ। ਜਿਹੜਾ ਦਫਾ 144 ਦੇ ਤਹਿਤ ਐਮਰਜੈਂਸੀ ਦੇ ਤਹਿਤ ਇਹਨਾਂ ਨੂੰ ਰੋਕਿਆ ਗਿਆ, ਇਹਨਾਂ ਨੇ ਡਿਪਟੀ ਕਮਿਸ਼ਨਰ ਦਾ ਆਰਡਰ ਉਹ ਵੀ ਲਗਾਇਆ ਤੇ ਉਸ ਨੂੰ ਜਿਹੜਾ ਕਿ ਵਕੀਲ ਸਾਡੇ ਨੇ ਅੱਛੀ ਤਰ੍ਹਾਂ ਉਹਦੀ ਪੈਰਵੀ ਕੀਤੀ ਹੈ ਤੇ ਸਾਨੂੰ ਜੱਜ ਸਾਹਿਬ ਨੇ ਜਿਹੜੀ ਪ੍ਰੋਸੀਕਿਊਸ਼ਨ ਨੂੰ ਵੀ ਸੁਣਿਆ ਬੁਲਾ ਕੇ ਕਿ ਵੀ ਦੱਸੋ ਬਈ ਤੁਸੀਂ ਕਿਉਂ ਇਹਨਾਂ ਨੂੰ ਰੋਕਿਆ ਗਿਆ, ਔਰ ਸਵੇਰੇ ਇਹਨਾਂ ਦੇ ਕੋਲੋਂ ਜਿਹੜਾ ਕਿ ਜਵਾਬ ਮੰਗਿਆ ਗਿਆ ਔਰ ਕੱਲ 10 ਵਜੇ ਸਾਨੂੰ ਤਰੀਕ ਮਿਲੀ ਹੈ। ਮੈਂ ਆਸ ਕਰਦਾ ਕਿ ਸਾਰੇ ਅਸੀਂ ਆਸ ਕਰਦੇ ਹਾਂ ਕਿ ਜੱਜ ਸਾਹਿਬ ਜਿਹੜਾ ਵੀ ਕੋਈ ਫੈਸਲਾ ਦੇਣਗੇ ਉਹ ਇੱਕ ਸਾਨੂੰ ਆਸ ਆ ਕਿ ਉਥੋਂ ਸਾਨੂੰ ਨਿਆਂ ਜਿਹੜਾ ਉਹ ਮਿਲੇਗਾ। ਜੀ ਮਾਨ ਸਾਹਿਬ ਜੇਕਰ ਜੰਮੂ ਕਸ਼ਮੀਰ ਵੱਲ ਨੂੰ ਜਾਂਦੇ ਨੇ ਤੇ ਸੰਗਤ ਨੂੰ ਕੀ ਅਪੀਲ ਹੈ ਕਿ ਭਰਵਾਂ ਸਵਾਗਤ ਮਾਨ ਸਾਹਿਬ ਦਾ? ਅਗਰ ਮਾਨ ਸਾਹਿਬ ਜੰਮੂ ਦੇ ਵਿੱਚ ਜਾਂਦੇ ਆ ਤੇ ਵੱਧ ਚੜ ਕੇ ਸਾਨੂੰ ਬਗੈਰ ਪਾਰਟੀ ਪੋਲਿਟਿਕਸ ਤੋਂ ਉੱਪਰ ਉੱਠ ਕੇ ਉਹਨਾਂ ਦਾ ਸਵਾਗਤ ਕਰਨਾ ਚਾਹੀਦਾ। ਦੇਖੋ ਅਸੀਂ ਮਾਨ ਸਾਹਿਬ ਦੀ ਪਾਰਟੀ ਦੇ ਬੰਦੇ ਨਹੀਂ ਆ, ਜਿਸ ਤਰ੍ਹਾਂ ਕਿ ਅਕਾਲੀ ਦਲ ਅੰਮ੍ਰਿਤਸਰ ਹੈ, ਅਕਾਲੀ ਦਲ ਅੰਮ੍ਰਿਤਸਰ ਮਾਨ ਸਾਹਿਬ ਦੀ ਪਾਰਟੀ ਆ। ਅਸੀਂ ਤਾਂ ਬੀਇੰਗ ਏ ਸਿੱਖ ਹੋਣ ਦੇ ਨਾਤੇ, ਅਸੀਂ ਇੱਕ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮੁੱਖ ਸੇਵਾਦਾਰ ਹੋਣ ਦੇ ਨਾਤੇ ਜਿੱਥੇ ਸਿੱਖ ਸਾਡੀ ਕਮਿਊਨਿਟੀ ਦੇ ਲੋਕ ਆ ਕੇ ਜਿੱਥੇ ਇਕੱਠੇ ਹੋਣ, ਸਾਡਾ ਇੱਕ ਫਰਜ਼ ਬਣ ਜਾਂਦਾ ਕਿ ਇਹਨਾਂ ਦੀ ਆਓ ਭਗਤ, ਲੰਗਰ ਪਾਣੀ, ਰਹਿਣਾ ਸਹਿਣਾ, ਇਹ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਸੀ ਕਿ ਅਸੀਂ ਇਹਨਾਂ ਨੂੰ ਆ ਕੇ ਇਹਨਾਂ ਦਾ ਅਸੀਂ ਕੀਤਾ। ਕੋਈ ਆਸਾਨ ਨਹੀਂ ਕੀਤਾ, ਲੇਕਿਨ ਇਹ ਜਿੱਥੇ ਸਾਡੀ ਇਹੋ ਜਿਹੀ ਅਸੀਂ ਸੋਚ ਲੈ ਕੇ ਚੱਲੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਜੰਮੂ ਦੇ ਵਿੱਚ ਵੀ ਜਿੱਥੇ ਜਿੱਥੇ ਵੀ ਜਾਣ ਇਹਨਾਂ ਦਾ ਮਾਣ ਸਨਮਾਨ ਵੱਧ ਚੜ ਕੇ ਬਗੈਰ ਕਿਸੇ ਡਰ ਤੋਂ ਜਿਹੜਾ ਕਿ ਉਹਨਾਂ ਦਾ ਕਰਨਾ ਚਾਹੀਦਾ। ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਗੱਲਬਾਤ ਕਰਨ ਦੇ ਲਈ। ਤੇ ਇਸ ਸਮੇਂ ਸਾਡੇ ਨਾਲ ਵੀਰ ਜੀ ਨੇ ਜਿਹੜੇ ਕਿ ਰਾਜਨੀਤਿਕ ਤੌਰ ਤੇ ਭਾਵੇਂ ਹੀ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਹੋਣ, ਪਰ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਇਕਬਾਣੀ ਚੈਨਲ ਕਦੀ ਵੀ ਕਿਸੇ ਰਾਜਨੀਤਿਕ ਚਿਹਰੇ ਨੂੰ ਸਾਡੇ ਪਲੇਟਫਾਰਮ ਦੇ ਉੱਤੇ ਵਿਚਾਰ ਸਾਂਝੇ ਜਿਹੜੇ ਤੁਸੀਂ ਨਹੀਂ ਸੁਣਦੇ ਹੈਗੇ, ਲੇਕਿਨ ਬਤੌਰ ਇੱਕ ਸਿੱਖ ਤੇ ਔਰ ਜੋ ਵੀ ਇਹ ਸਾਰਾ ਕੁਝ ਘਟਿਆ ਬਤੌਰ ਇੱਕ ਸਿੱਖ ਦੇ ਵਜੋਂ, ਔਰ ਨਾਲ ਹੀ ਜਿਹੜੇ ਕਾਨੂੰਨ ਨੂੰ ਪਿਆਰ ਕਰਨ ਵਾਲੇ, ਕਾਨੂੰਨ ਨੂੰ ਚਾਹਣ ਵਾਲੇ, ਜਿਹੜੇ ਲਾਜ਼ ਐਂਡ ਆਰਡਰ ਨੂੰ ਮੰਨਣ ਵਾਲੇ ਲੋਕ ਨੇ, ਉਹਨਾਂ ਦੇ ਵਿੱਚ ਸ਼ਾਮਲ ਹੋ ਕੇ ਵੀ ਇੱਥੇ ਲੋਕ ਜੰਮੂ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਨੇ। ਉਸੇ ਤਰ੍ਹਾਂ ਹੀ ਵੀਰ ਜੀ ਪਹੁੰਚੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਜਿਸ ਤਰ੍ਹਾਂ ਦੇ ਨਾਲ ਇਹ ਸਾਰਾ ਘਟਨਾਕ੍ਰਮ ਹੋਇਆ, ਤੁਸੀਂ ਵੀ ਇੱਥੇ ਪਹੁੰਚੇ ਹੈਗੇ ਹੋ ਤੇ ਕੀ ਕਹਿਣਾ ਚਾਹੋਗੇ? ਦੇਖੋ, ਮੇਰੇ ਤੋਂ ਪਹਿਲਾਂ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਦੇਸ਼ ਪ੍ਰਧਾਨ ਨਰਿੰਦਰ ਸਿੰਘ ਖਾਲਸਾ ਜੀ ਨੇ ਤੇ ਡਿਸਟ੍ਰਿਕਟ ਕਮੇਟੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭੋਲਾ ਵੀਰ ਜੀ ਨੇ ਬੜੇ ਤਫਸੀਲ ਨਾਲ ਤੁਹਾਨੂੰ ਸਭ ਕੁਝ ਦੱਸਿਆ ਕਿ ਇੱਥੇ ਕੀ ਹੋਇਆ। ਇਹ ਕੋਈ ਸਿਆਸੀ ਗੱਲ ਨਹੀਂ, ਨਾ ਮੈਂ ਸਿਆਸੀ ਗੱਲ ਇੱਥੇ ਕਰਨ ਆਇਆ, ਲੇਕਿਨ ਇੱਕ ਹਿੰਦੁਸਤਾਨ ਦਾ ਸ਼ਹਿਰੀ ਹੋਣ ਦੇ ਨਾਤੇ ਮੇਰੀ ਵੀ ਕੋਈ ਜ਼ਿੰਮੇਵਾਰੀ ਹੈ। ਅਗਰ ਇਹ ਸਾਡੀ ਯੂਟੀ ਐਡਮਿਨਿਸਟ੍ਰੇਸ਼ਨ ਜਾਂ ਗਵਰਨਮੈਂਟ ਆਫ ਇੰਡੀਆ ਪਿਛਲੇ ਸਾਲ ਯੂਰਪ ਤੋਂ ਕੋਈ 64 ਐਮਪੀਆਂ ਦਾ ਜਥਾ ਇੱਥੇ ਬੁਲਾ ਸਕਦੀ ਹੈ, ਉਹਨਾਂ ਨੂੰ 7 ਦਿਨ ਵਾਸਤੇ ਜੰਮੂ ਕਸ਼ਮੀਰ ਦੀ ਸੈਰ ਕਰਾਈ ਜਾਂਦੀ ਔਰ ਸਰਕਾਰ ਦੇ ਖਰਚੇ ਤੇ ਕਰਾਈ ਜਾਂਦੀ ਹੈ, ਉਹ ਇੱਥੇ ਆ ਸਕਦੇ ਨੇ। ਅੰਗਰੇਜ਼ਾਂ ਦੇ ਐਮਪੀ ਇੱਥੇ ਆ ਸਕਦੇ ਹਨ ਤੇ ਭਾਰਤ ਦੀ ਚੁਣੀ ਦੇ ਪਾਰਲੀਮੈਂਟ ਦਾ ਐਮਪੀ ਇੱਥੇ ਕਿਉਂ ਨਹੀਂ ਆ ਸਕਦਾ? ਇਹ ਮੇਰਾ ਸਵਾਲ ਹੈ ਐਡਮਿਨਿਸਟ੍ਰੇਸ਼ਨ ਦੇ ਕੋਲੋਂ। ਵੀ ਸਿਮਰਨਜੀਤ ਸਿੰਘ ਮਾਨ ਠੀਕ ਹੈ, ਸਿਆਸੀ ਤੌਰ ਤੇ ਮੇਰੇ ਵੱਖਰੇਵਾਂ ਹੋ ਸਕਦਾ ਸੀ, ਅਲੱਗ ਪਾਰਟੀ ਨਾਲੋਂ ਅਲੱਗ ਹੈ, ਲੇਕਿਨ ਜਿੱਤੇ ਐਮਪੀ ਤੇ ਹੈ। ਲੇਕਿਨ ਇਹ ਵੀ ਨਹੀਂ ਹੈ ਕਿ ਐਮਪੀ ਹੈਗੇ ਨੇ, ਪਰ ਕਿਆ ਕਿਸੇ ਨੇ ਕੋਈ ਮੋਹਰ ਥੋੜੀ ਨਾ ਲਾਈ ਆ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਸਿਰਫ ਸਿੱਖਾਂ ਨਹੀਂ ਵੋਟਾਂ ਪਾਈਆਂ, ਉਹਨਾਂ ਨੂੰ ਤਾਂ ਪੰਜਾਬ ਦੇ ਵਿੱਚ ਹਰ ਇੱਕ ਭਾਈਚਾਰੇ ਨੇ ਵੋਟ ਪਾਈ ਆ। ਕੋਈ 4-5 ਲੱਖ ਬਿਲਕੁਲ ਤੁਸੀਂ ਕਹਿ ਰਹੇ ਹੋ, ਉੱਥੇ ਉਹਨਾਂ ਨੂੰ ਹਿੰਦੂਆਂ ਨੇ ਵੀ ਵੋਟ ਪਾਈ ਹੈ, ਮੁਸਲਿਮ ਨੇ ਵੀ ਪਾਈ ਹੈ, ਔਰ ਕਹਿ ਰਹੇ ਉਹਨਾਂ ਦਾ ਦੌਰਾ, ਉਹਨਾਂ ਦੇ ਦੌਰੇ ਵਿੱਚ ਤੇ ਸਾਰੀ ਸੁਸਾਇਟੀਆਂ ਦੇ ਲੋਕ ਉਹਨਾਂ ਨੂੰ ਮਿਲਣਾ ਚਾਹੁੰਦੇ ਸੀ। ਜਿਸ ਤਰ੍ਹਾਂ ਨੇ ਟੂਰ ਪ੍ਰੋਗਰਾਮ ਰੱਖਿਆ ਸੀ ਗੈਸਟ ਹਾਊਸ ਦੇ ਵਿੱਚ, ਡੈਪੂਟੇਸ਼ਨ ਵਿੱਚ ਸਾਡੇ ਹਿੰਦੂ ਵੀਰ ਵੀ, ਮੁਸਲਿਮ ਵੀਰ ਵੀ, ਕ੍ਰਿਸਚਨ ਵੀਰ ਵੀ ਮਿਲਣਾ ਚਾਹੁੰਦੇ। ਲੇਕਿਨ ਗੱਲ ਇੱਕ ਇਹ ਹੈ ਕਿ ਅਗਰ ਇਸ ਰਿਆਸਤ ਦੇ ਵਿੱਚ ਹਿੰਦੁਸਤਾਨ ਦਾ ਜਿੱਤਿਆ ਮੈਂਬਰ ਪਾਰਲੀਮੈਂਟ ਨਹੀਂ ਆ ਸਕਦਾ ਤੇ ਇੱਥੇ ਆਏਗਾ ਕੌਣ? ਗਵਰਨਮੈਂਟ ਆਫ ਇੰਡੀਆ 70 ਮਿਨਿਸਟਰਾਂ ਦਾ ਟੂਰ ਪਿਛਲੇ ਸਾਲ ਵੀ ਬਣਾਈ ਸੀ ਤੇ ਇਸ ਵੇਲੇ ਪੂਰੇ ਹਿੰਦੁਸਤਾਨ ਤੋਂ ਮੰਤਰੀ ਜੰਮੂ ਕਸ਼ਮੀਰ ਚ ਆ ਰਹੇ ਨੇ, ਦੌਰੇ ਵੀ ਕਰ ਰਹੇ ਨੇ ਔਰ ਸਰਕਾਰ ਦੇ ਖਰਚੇ ਤੇ ਕਰ ਰਹੇ। ਲੇਕਿਨ ਇਹ ਇੱਕ ਐਸਾ ਦੌਰਾ ਸੀ ਜਿਹੜਾ ਮਾਨ ਸਾਹਿਬ ਆਪਣੇ ਨਿੱਜੀ ਖਰਚੇ ਤੇ ਕਰ ਰਹੇ, ਕਿਉਂਕਿ ਉਹ ਬਾਈ ਰੋਡ ਆਏ ਸਨ। ਨਾ ਉਹਨਾਂ ਸਰਕਾਰ ਕੋਲੋਂ ਅਕੋਮੋਡੇਸ਼ਨ ਮੰਗੀ, ਨਾ ਉਹਨਾਂ ਸਿਕਿਉਰਿਟੀ ਮੰਗੀ, ਔਰ ਨਾ ਉਹਨਾਂ ਕਿਹਾ ਕਿ ਮੈਨੂੰ ਤੁਹਾਨੂੰ ਕੋਈ ਖਰਚਾ ਦਿਓ ਰਹਿਣ ਦਾ ਜਾਂ ਬਹਿਣ ਦਾ, ਨਾ ਕੋਈ ਜਹਾਜ਼ ਦੀ ਟਿਕਟ ਮੰਗੀ, ਲੇਕਿਨ ਉਹਦੇ ਬਾਵਜੂਦ ਉਹਨਾਂ ਨੂੰ ਰੋਕ ਦਿੱਤਾ ਗਿਆ। ਸੋ ਅਸੀਂ ਅੱਜ ਇਹ ਸਮਝਦੇ ਹਾਂ ਕਿ ਜੰਮੂ ਕਸ਼ਮੀਰ ਦੇ ਵਿੱਚ ਵੈਸੇ ਤਾਂ ਪੂਰੇ ਹਿੰਦੁਸਤਾਨ 'ਚ ਡੈਮੋਕ੍ਰੇਸੀ ਦਾ ਜਨਾਜ਼ਾ ਜਿਹੜੀ ਭਾਰਤੀ ਜਨਤਾ ਪਾਰਟੀ ਲੈਡਡ ਗਵਰਨਮੈਂਟ ਉਹ ਕੱਢ ਰਹੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਲੇਕਿਨ ਜੰਮੂ ਕਸ਼ਮੀਰ ਦੀ ਅਸਲੀਅਤ ਜਿਹੜੀ ਹੈ ਉਹ ਅੱਜ ਲੋਕਾਂ ਦੇ ਸਾਹਮਣੇ ਹੈ ਕਿ ਭਾਈ ਅੱਜ ਤੋਂ ਮੈਂ ਸਮਝਦਾ 70 ਸਾਲ ਪਹਿਲਾਂ ਜਾਂ 75 ਸਾਲ ਪਹਿਲਾਂ ਇਹੋ ਹੀ ਜਨਸੰਘ, ਇਹੋ ਹੀ ਭਾਰਤੀ ਜਨਤਾ ਪਾਰਟੀ ਇਸੇ ਤੇ ਜਗ੍ਹਾ ਤੇ ਕਹਿੰਦੀ ਸੀ ਨਾ ਕਿ ਮੁਖਰਜੀ, ਸ਼ਾਮਾ ਪ੍ਰਸਾਦ ਮੁਖਰਜੀ ਨੂੰ ਕਸ਼ਮੀਰ ਜਾਣ ਦਿਓ, ਤੇ ਉਸ ਵਕਤ ਦੀ ਹਕੂਮਤ ਨੂੰ ਗਾਲਾਂ ਕੱਢਦੀ ਸੀ। ਤੇ ਅੱਜ ਦੱਸੋ ਕੀ ਕਰੀਏ? ਅੱਜ ਤੇ ਉਹ ਦੂਜਾ ਸ਼ਾਮਾ ਪ੍ਰਸਾਦ ਮੁਖਰਜੀ ਦੁਹਰਾ ਰਹੇ ਨਾ ਕਿ ਉਹ ਸ਼ਾਮਾ ਪ੍ਰਸਾਦ ਮੁਖਰਜੀ ਕਿਸੇ ਉਸ ਦਾ ਮੈਂਬਰ ਵੀ ਨਹੀਂ ਸੀ। ਭਾਈ ਇਹ ਤੇ ਜਿੱਤਿਆ ਮੈਂਬਰ ਹੈ ਔਰ ਹਿੰਦੁਸਤਾਨ ਦੇ ਆਇਨ ਦੇ ਤਹਿਤ ਕਸਮ ਚੁੱਕ ਕੇ ਆਏ ਨੇ। ਵੱਡੀ ਗੱਲ ਇੱਕ ਇਹ ਹੈ ਜਿਹੜੀ ਦੁੱਖ ਲੱਗਦਾ ਐਜ਼ ਏ ਲਾਅ ਅਬਾਈਡਿੰਗ ਸਿਟੀਜ਼ਨ, ਐਜ਼ ਏ ਹਿੰਦੁਸਤਾਨੀ, ਐਜ਼ ਏ ਮਤਲਬ ਮੈਂ ਕਹਿਣਾ ਕਿ ਮੈਂ ਹਿੰਦੁਸਤਾਨ ਦਾ ਨਾਗਰਿਕ ਹੋਣ ਦੇ ਨਾਤੇ ਵੀ ਕਹਿਣਾ
ਇੱਕ 84 ਸਾਲ ਏਜਡ ਆਦਮੀ, 3 ਵਾਰ ਦਾ ਮੈਂਬਰ ਪਾਰਲੀਮੈਂਟ, ਉਹ ਰਿਟਾਇਰਡ IPS, ਉਹ ਰਾਤ ਨੂੰ ਇੱਕ ਆਟੋ ਵਿੱਚ ਸੌਂਦੇ ਹਨ ਤੇ ਜਿਹਦੇ 'ਚ ਉਹਨਾਂ ਦੀ ਲੱਤਾਂ ਮੇਰਾ ਖਿਆਲ ਆਟੋ 'ਚੋਂ ਬਾਹਰ ਜਾਂਦੀਆਂ, ਕਿਉਂਕਿ ਤੁਹਾਨੂੰ ਪਤਾ ਉਹਨਾਂ ਦਾ ਕੱਦ ਕਾਠੀ ਲੰਬੀ ਹੈ ਤੇ ਉਹ ਇੰਨਾ ਆਟੋ ਦੇ ਵਿੱਚ ਨਹੀਂ ਹੈ। ਤਾਂ ਸ਼ਰਮ ਨਹੀਂ ਆਉਂਦੀ ਇਸ ਐਡਮਿਨਿਸਟ੍ਰੇਸ਼ਨ ਨੂੰ ਤੇ ਸ਼ਰਮ ਨਹੀਂ ਆਉਂਦੀ ਇਸ ਸਰਕਾਰ ਨੂੰ। ਉਹ ਕਰਨਾ ਕੀ ਚਾਹੁੰਦੀ ਹੈ? ਤੁਸੀਂ ਇੱਕ ਪਾਸੇ ਤੁਸੀਂ ਕਰੋੜਾਂ ਰੁਪਈਆਂ ਦੇ ਐਡਵਰਟਾਈਜ਼ਮੈਂਟ ਦਿੰਦੇ ਹੋ ਕਿ ਭਾਈ ਇੱਕ ਜੰਮੂ ਕਸ਼ਮੀਰ ਦੇ ਹਾਲਾਤ ਬਿਲਕੁਲ ਸ਼ਾਂਤ ਹੋ ਗਏ, ਜੰਮੂ ਕਸ਼ਮੀਰ ਇੱਕ ਨਵੇਂ ਜੰਮੂ ਕਸ਼ਮੀਰ ਵਾਲੇ ਪਾਸੇ ਵੜ ਰਿਹਾ ਤੇ ਇੱਕ ਜਿੱਤਿਆ ਮੈਂਬਰ ਪਾਰਲੀਮੈਂਟ, ਮੈਂ ਕਹਿੰਦਾ ਰਹਿਣ ਦਿਓ, ਸਿੱਖ ਮਸਲੇ ਦੀ ਗੱਲ ਨਹੀਂ ਕਰਦੇ, ਲੇਕਿਨ ਇੱਕ ਪੋਲੀਟੀਕਲ ਪਾਰਟੀ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲ ਰਜਿਸਟਰਡ ਹੈ, ਉਹਦਾ ਪ੍ਰਧਾਨ ਹੈ, ਕੁੰਭੀ ਪ੍ਰਧਾਨ ਹੈ, ਔਰ ਜਿੱਤਿਆ ਮੈਂਬਰ ਪਾਰਲੀਮੈਂਟ ਹੈ, ਔਰ 3 ਮਹੀਨੇ ਪਹਿਲੇ ਉਹ ਜਿੱਤਿਆ, ਉਹਨਾਂ ਨੇ ਜਿਹੜੀ ਓਥ ਹਿੰਦੁਸਤਾਨ ਦੇ ਆਈਨ ਦੀ ਲਈ ਹੈ, ਉਹਨਾਂ ਨੂੰ ਜੰਮੂ ਕਸ਼ਮੀਰ ਵਿੱਚ ਵੜਨ ਨਹੀਂ ਦਿੱਤਾ ਜਾ ਰਿਹਾ ਤੇ ਇੱਥੇ ਆਣ ਤੁਸੀਂ ਕਿਹਨਾਂ ਨੂੰ ਦੇਣਾ ਚਾਹੁੰਦੇ ਹੋ? ਪਹਿਲਾਂ ਤਾਂ ਇਸ ਚੀਜ਼ ਸਾਨੂੰ ਕਲੀਅਰ ਕਰਕੇ ਦੱਸਣ ਕਿ ਇੱਕ ਆਦਮੀ ਦੇ ਨਾਲ ਤੁਹਾਡਾ ਲਾਅ ਐਂਡ ਆਰਡਰ ਖਤਰੇ 'ਚ ਪੈ ਗਿਆ। ਯਾਰ ਮੈਂ ਤਾਂ ਸਮਝਦਾ ਕਿ ਕਿੱਥੇ ਗਈਆਂ ਸਰਕਾਰੀ ਏਜੰਸੀਆਂ? ਇੱਕ ਬੰਦਾ, ਔਰ ਉਹਨਾਂ ਦੇ ਨਾਲ ਮੈਂ ਦੇਖਿਆ PSO, ਮੈਂ ਤੇ ਇਸ ਧਰਨੇ ਵਿੱਚ ਅੱਜ ਪਹੁੰਚੇ ਹਾਂ, ਉਹਨਾਂ ਦੇ ਨਾਲ PSO ਵੀ ਕੋਈ ਨਹੀਂ ਹੈ, 2 ਲੋਕ ਉਹਨਾਂ ਦੇ ਨਾਲ, ਇੱਕ ਹੁੰਦਾ ਡਰਾਈਵਰ ਹੈ, 4 ਲੋਕ ਹਨ। ਤੇ ਸਾਡੀ ਪਾਰਟੀ ਦੇ JD ਸਿੰਘ ਜੀ ਜ਼ਿਲ੍ਹਾ ਪ੍ਰਧਾਨ ਨੇ ਤੇ ਪਹਿਲੇ ਦਿਨ ਤੋਂ ਇਸ ਧਰਨੇ ਦੇ ਨਾਲ ਇੱਥੇ ਚੱਲ ਰਹੇ ਨੇ। ਸੋ ਮੈਂ ਇਹ ਗੱਲ ਕਹਿਣਾ ਚਾਹਾਂ ਕਿ ਅੱਜ ਸਿਰਫ ਸਿੱਖ ਕੌਮ ਨੂੰ ਨਹੀਂ, ਪੂਰੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਸੋਚਣ ਵਾਲੀ ਗੱਲ ਹੈ। ਮੈਂ ਅਪੀਲ ਕਰਦਾ ਮਿਨਾਰਟੀ ਕਮਿਊਨਿਟੀ ਨੂੰ, ਮੈਜੋਰਟੀ ਸਾਰਿਆਂ ਨੂੰ ਕਿ ਭਾਈ ਤੁਸੀਂ ਪਾਰਟੀ ਪੋਲਿਟਿਕਸ ਤੋਂ ਉੱਪਰ ਉਠੋ। ਅਗਰ ਐਸਾ ਕੰਮ, ਮੈਂ ਕਹਿੰਦਾ ਅਗਰ ਐਸਾ ਕੰਮ ਕਿਸੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਨਾਲ ਹੋਇਆ ਹੁੰਦਾ ਤੇ ਅੱਜ ਮੇਰਾ ਖਿਆਲ ਹੈ ਕਿ ਜੰਮੂ ਸ਼ਹਿਰ ਦੇ ਵਿੱਚ ਤਾਲੀ ਤੇ ਥਾਲੀ ਚੱਲਦੀ ਹੋਣੀ ਸੀ ਤੇ ਸੜਕਾਂ ਬੰਦ ਹੋਣੀਆਂ ਸੀ। ਅੱਜ ਕਿੱਥੇ ਨੇ ਉਹ ਲੋਕ? ਤੁਸੀਂ ਅਮਨ ਪਸੰਦ ਦੀ ਗੱਲ ਕਰਦੇ ਹੋ, ਸਬਕਾ ਸਾਥ ਸਬਕੇ ਵਿਕਾਸ ਦੀ ਗੱਲ ਕਰਦੇ ਹੋ, ਅੱਜ ਤੁਸੀਂ ਕਿਉਂ ਨਹੀਂ ਇਹ ਗੱਲ ਕਹਿੰਦੇ ਹੋ ਭਈ ਨਹੀਂ ਬਈ ਮੈਂਬਰ ਪਾਰਲੀਮੈਂਟ ਹੈ? ਭਾਈ ਜਮਹੂਰੀਅਤ ਜਿਹੜੀ ਹੈ ਨਾ, ਡੈਮੋਕ੍ਰੇਸੀ ਮੀਨ ਬੈਟਲ ਆਫ ਆਈਡੀਆਜ਼। ਜਮਹੂਰੀਅਤ ਖਿਆਲਾਤ ਦੀ ਜੰਗ ਹੈ, ਉਹਨਾਂ ਦੇ ਆਪਣੇ ਖਿਆਲ ਹੁਣ ਆਪਣੀ ਗੱਲ ਕਰਨਗੇ, BJP ਆਪਣੀ ਕਰੇ, PDP ਆਪਣੀ ਕਰੇਗੀ, NC ਆਪਣੀ ਕਰੇਗੀ, ਫੈਸਲਾ ਲੋਕਾਂ ਨੇ ਕਰਨਾ ਵੀ ਉਹਨਾਂ ਨੂੰ ਕਿਹਨੂੰ ਆਗੂ ਮੰਨਣਾ। ਤੇ ਭਾਈ ਮੈਂ ਇੱਕ ਗੱਲ ਹੋਰ ਵੀ ਹੈ, ਵੈਸੇ ਜਿਤਨਾ ਉਹਨਾਂ ਦੇ ਦੌਰੇ ਦੀ ਪਬਲਿਸਿਟੀ ਸੀ ਨਾ, ਸ਼ਾਇਦ ਮੇਰਾ ਖਿਆਲ ਦੌਰਾ ਕਰਕੇ ਨਾ ਹੁੰਦੀ ਜਿਹੜੀ ਲਖਨਪੁਰ ਬਾਰਡਰ ਉੱਪਰ ਹੀ ਹੋ ਗਈ ਹੈ। ਅੱਜ ਇਹ ਹਿੰਦੁਸਤਾਨ ਦੀ ਹਕੂਮਤ ਇਸ ਦੱਸੇ, ਸਾਨੂੰ ਜਵਾਬ ਦੇਵੇ, LG ਐਡਮਿਨਿਸਟ੍ਰੇਸ਼ਨ ਜਵਾਬ ਦੇਵੇ ਵੀ ਜੇ ਕਸ਼ਮੀਰ ਦੇ, ਜੰਮੂ ਕਸ਼ਮੀਰ ਦੇ ਹਾਲਾਤ ਠੀਕ ਨੇ ਤੇ ਫਿਰ ਇੱਕ MP ਨੂੰ ਕਿਉਂ ਰੋਕਿਆ ਗਿਆ? ਜੀ ਬਿਲਕੁਲ, ਜਿਸ ਤਰ੍ਹਾਂ ਦੇ ਨਾਲ ਬਹੁਤ ਸਾਰਾ ਰੋਸ਼ ਹੈ ਉਹ ਵੇਖਣ ਨੂੰ ਮਿਲ ਰਿਹਾ ਕਿ ਜੀ ਜ਼ਰੂਰ ਵੀਰ ਜੀ, ਸਾਰੇ ਹੀ ਇਸ ਮੁੱਦੇ ਦੇ ਆਪਣੇ ਵਿਚਾਰ ਜਿਹੜੇ ਸਾਂਝੇ ਕਰ ਰਹੇ ਨੇ। ਸਮਾਂ ਬਹੁਤ ਘੱਟ ਹੈ, ਇਸ ਕਰਕੇ ਵੀਰ ਜੀ ਜਿਸ ਤਰ੍ਹਾਂ ਦੇ ਨਾਲ ਕਹਿ ਕਿ ਸਾਰਿਆਂ ਨੇ ਆਪਣੇ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕਰਨੇ ਨੇ ਤਾਂ ਮੈਂ ਸ਼ਾਰਟ ਦੇ ਵਿੱਚ ਹੀ ਰੱਖਾਂਗੀ। ਜੀ ਵੀਰ ਜੀ, ਤੁਸੀਂ ਜਿਸ ਦਿਨ ਤੋਂ ਵੀ ਇਹ ਧਰਨਾ ਸ਼ੁਰੂ ਹੋਇਆ ਜਾਂ ਇਹ ਸਾਰਾ ਕੁਝ ਵਾਪਰਿਆ ਹੈਗਾ ਤਾਂ ਤੁਸੀਂ ਉਸੇ ਦਿਨ ਤੋਂ ਹੀ ਨਾਲ ਉਹ ਪ੍ਰਧਾਨ ਸਾਹਿਬ ਦੇ ਤੁਹਾਨੂੰ ਅਸੀਂ ਵੇਖਦੇ ਰਹਿੰਦੇ ਹਾਂ, ਤਾਂ ਕੀ ਕਹਿਣਾ ਚਾਹੋਗੇ ਜੋ ਇਹ ਹਾਲਾਤ ਪੈਦਾ ਹੋਏ ਨੇ, ਕੀ ਕਾਰਨ ਤੁਸੀਂ ਵੇਖਦੇ ਹੋ? ਦੇਖੋ ਜੀ, ਇਹ ਤਾਂ ਇੱਕ ਬੜੀ ਮੰਦਭਾਗੀ ਗੱਲ ਹੈ ਕਿ ਇੱਕ ਮੈਂਬਰ ਪਾਰਲੀਮੈਂਟ ਨੂੰ ਇੱਥੇ ਰੋਕਿਆ ਜਾ ਰਿਹਾ। ਇੱਕ ਅਮਿਤ ਸ਼ਾਹ, ਉਹ ਵੀ ਤਾਂ ਇੱਕ ਮੈਂਬਰ ਪਾਰਲੀਮੈਂਟ ਹੀ ਜਿੱਤੇ ਹਨ, ਭਾਵੇਂ ਬਾਅਦ 'ਚ ਉਹਨਾਂ ਦੀਆਂ ਜਿਹੜੀਆਂ ਆਪਣਾ ਪਾਰਟੀਆਂ ਨੇ ਉਹਨਾਂ ਨੂੰ ਅਹੁਦੇ ਦੇ ਕੇ ਉਹਨਾਂ ਨੂੰ ਭਾਵੇਂ ਹੋਮ ਮਿਨਿਸਟਰ ਬਣਾ ਦਿੱਤਾ, ਲੇਕਿਨ ਉਹ ਵੀ ਇੱਕ ਮੈਂਬਰ ਪਾਰਲੀਮੈਂਟ ਹੀ ਜਿੱਤੇ ਸਨ ਤੇ ਇਹ ਵੀ ਇੱਕ ਮੈਂਬਰ ਪਾਰਲੀਮੈਂਟ ਜਿੱਤੇ। ਦੋਨਾਂ ਦੇ ਜਿੱਤਣ ਦੇ ਵਿੱਚ ਅਗਰ ਫਰਕ ਨਹੀਂ ਹੈ ਤੇ ਦੋਨਾਂ ਨੂੰ ਦੌਰੇ ਦੇ ਵਿੱਚ ਫਰਕ ਕਿਉਂ ਹੈ? ਅਗਰ ਜੰਮੂ ਕਸ਼ਮੀਰ ਦੇ ਵਿੱਚ ਕਿਹਾ ਜਾਂਦਾ ਹੈ ਕਿ ਇੱਕ ਨਜ਼ਰ ਨਾਲ ਦੇਖਿਆ ਜਾਂਦਾ, ਕਿਹਾ ਜਾਂਦਾ ਕਿ ਜੰਮੂ ਕਸ਼ਮੀਰ ਨੂੰ ਪੂਰੇ ਆਪਣਾ ਜੰਮੂ ਕਸ਼ਮੀਰ ਦੇ ਵਿੱਚ ਘੁਮਾਇਆ ਜਾਂਦਾ ਤੇ ਦੂਜਾ ਮੈਂਬਰ ਪਾਰਲੀਮੈਂਟ ਅੰਦਰ ਨੂੰ ਰੋਕਿਆ ਜਾਂਦਾ, ਇਹਦਾ ਮਤਲਬ ਹੈ ਕਿ ਇਹ ਕਮਿਊਨਿਟੀ ਬੇਸ ਤੇ ਹੋ ਰਿਹਾ। ਇਹਦਾ ਮਤਲਬ ਹੈ ਕਿ ਸਿੱਖਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੂੰ ਇਹ ਹੈ ਕਿ ਇਹ ਆਵਾਜ਼ ਅਗਰ ਹੈ, ਇਹ ਸੱਚ ਦੀ ਆਵਾਜ਼ ਚੁੱਕਦੇ ਨੇ, ਇਹ ਆਵਾਜ਼ ਚੁੱਕ ਕੇ ਆਪਣਾ ਮੈਂਬਰ ਪਾਰਲੀਮੈਂਟ ਹਨ ਜੋ ਇਹ ਪਾਰਲੀਮੈਂਟ ਦੇ ਵਿੱਚ ਪਹੁੰਚਾਉਣਗੇ। ਜੀ ਇੱਥੇ ਉਹ ਕਹਿ ਰਹੇ ਨੇ ਕਿ ਮੈਂ ਤਾਂ ਸਾਰਿਆਂ ਦੇ, ਮੈਂ ਕਸ਼ਮੀਰੀ ਪੰਡਤਾਂ ਦੇ, ਮੈਂ ਮੁਸਲਿਮਸ ਦੇ ਨਾਲ ਜੋ ਹੋ ਰਿਹਾ, ਮੈਂ ਸਿੱਖਾਂ ਦੇ ਨਾਲ ਜੋ ਹੋ ਰਿਹਾ, ਮੈਂ ਤਾਂ ਸਾਰਿਆਂ ਦਾ ਸੁਣਨਾ। ਉਹ ਆਪਣੇ ਬਿਆਨ ਦੇ ਵਿੱਚ ਵਾਰ-ਵਾਰ ਇਹ ਗੱਲ ਬੋਲ ਰਹੇ ਨੇ ਕਿ ਮੈਂ ਸਿਰਫ ਸਿੱਖਾਂ ਦੇ ਮਸਲੇ ਸੁਣਨ ਨਹੀਂ ਆ ਰਿਹਾ ਜੰਮੂ ਕਸ਼ਮੀਰ ਦੇ ਵਿੱਚ, ਮੈਂ ਹਰ ਇੱਕ ਕਮਿਊਨਿਟੀ ਦਾ ਮਸਲਾ ਸੁਣਨ ਆ ਰਿਹਾ। ਜੀ ਗੱਲ ਤੇ ਉਹੀ ਹੈ ਨਾ, ਮਤਲਬ ਗੱਲ ਇਹ ਤੇ ਕਰਨ ਹੀ ਨਹੀਂ ਦਿੱਤੀ। ਜਾਂ ਤੇ ਉੱਥੇ ਗਏ ਨਾ ਤੇ ਉਹਨਾਂ ਨੇ ਕੋਈ ਗਲਤ ਗੱਲ ਕੀਤੀ, ਉਹਨਾਂ ਨੂੰ ਜਾ ਕੇ ਅਰੈਸਟ ਕਰ ਲਓ। ਏਜੰਸੀਆਂ ਤੁਹਾਡੇ ਕੋਲ ਹਨ, ਆਪਣਾ ਬੈਲਟ ਫੋਰਸ ਤੁਹਾਡੇ ਕੋਲ ਹੈ, ਪੈਰਾਮਿਲਟਰੀ ਫੋਰਸ ਤੁਹਾਡੇ ਕੋਲ ਹੈ, ਹਰ ਚੀਜ਼ ਤੁਹਾਡੇ ਕੋਲ ਹੈ ਤੇ ਕੋਰਟਾਂ ਤੱਕ ਤੁਹਾਡੀਆਂ ਨੇ। ਤੇ ਅਗਰ ਉਹਨਾਂ ਨੇ ਕੋਈ ਗੱਲ ਕੀਤੀ ਨਹੀਂ ਤੇ ਉਹਨਾਂ ਨੂੰ, ਇਹਨਾਂ ਨੂੰ ਪਹਿਲੇ ਕਿਥੋਂ ਖਬਰ ਲੱਗ ਗਈ ਕਿ ਹਾਂ ਵੀ ਉੱਥੇ ਜਾ ਕੇ ਕੋਈ ਗਲਤ ਗੱਲ ਕਰਨਗੇ, ਲਾਅ ਐਂਡ ਆਰਡਰ ਜਿਹੜਾ ਡਿਸਟਰਬ ਹੋਏਗਾ? ਜਾਂ ਤੇ ਇਹਨਾਂ ਨੇ ਕੁਝ ਆ ਕੇ ਬਾਰਡਰ ਤੇ ਗਲਤ ਬੋਲਿਆ ਜਾਂ ਕੋਈ ਗਲਤ ਕੋਈ ਕੀਤੀ ਹੈ, ਉਹ ਤੇ ਆਪਣੀ ਜਗ੍ਹਾ ਤੋਂ ਵੀ ਨਹੀਂ ਉੱਠੇ। 3 ਦਿਨ ਹੋ ਗਏ ਨੂੰ ਇੱਕੋ ਜਗ੍ਹਾ ਤੇ ਬੈਠੇ ਨੇ ਤੇ ਇਹਨਾਂ ਨੂੰ ਆਪਣੇ ਆਪ ਸ਼ਰਮ ਆਉਣੀ ਚਾਹੀਦੀ ਹੈ। LG ਐਡਮਿਨਿਸਟ੍ਰੇਸ਼ਨ ਨੂੰ ਬਾਰ-ਬਾਰ ਇਹ ਕਹਿੰਦੇ ਆ ਕਿ ਇਹ ਜਿਹੜੀ ਹਰਕਤ ਕੀਤੀ ਹੈ ਇਹ ਕਿਤੇ ਨਾ ਕਿਤੇ ਤੁਹਾਨੂੰ ਜਵਾਬ ਦੇਣਾ ਪਏਗਾ, ਕਿਉਂਕਿ ਕੋਰਟਾਂ ਬੈਠੀ ਦੀਆਂ ਨੇ, ਜੁਡੀਸ਼ਲੀ ਅੱਜ ਕੱਲ੍ਹ ਬੜੀ ਸਟਰੋਂਗ ਹੈ। ਅਸੀਂ ਤੇ ਇਹੋ ਗੱਲ ਕਹਿੰਦੇ ਆ, ਮਾਨ ਸਾਹਿਬ ਵੀ ਕਹਿ ਰਹੇ ਨੇ ਕਿ ਇਹ ਸੁਪਰੀਮ ਕੋਰਟ ਤੱਕ ਜਾਏਗਾ, ਕਿਉਂਕਿ ਇੰਟਰਨੈਸ਼ਨਲ ਨਿਊਜ਼ ਚੱਲ ਰਹੀ ਅੱਜ ਦੀ ਡੇਟ 'ਚ, ਬਾਹਰ ਫਾਰਨ ਤੋਂ ਨਿਊਜ਼ ਚੱਲ ਰਹੀ ਹੈ। ਇਹਨਾਂ ਭਾਵੇਂ ਨੈਸ਼ਨਲ ਚੈਨਲ ਨਹੀਂ ਚਲਾਇਆ ਪਰ ਇੱਕ ਬਾਣੀ ਚੈਨਲ ਦਾ ਬੜਾ ਧੰਨਵਾਦ ਕਰਦੇ ਆ ਜਿਹੜੇ ਰਾਤੀ 12 1 ਵਜੇ ਤੱਕ ਇਹ ਪੂਰਾ ਕਵਰੇਜ ਦਿੰਦੇ ਨੇ ਤੇ ਮੈਂ ਬੜੀ ਸ਼ੁਕਰਗੁਜ਼ਾਰ ਹਾਂ ਚੈਨਲਾਂ ਦਾ, ਜੋ ਲੋਕਲ ਮੀਡੀਆ ਉਹਨਾਂ ਦੇ ਬੜੇ ਸ਼ੁਕਰਗੁਜ਼ਾਰ ਹਾਂ। ਇੱਕ ਬਾਣੀ ਦਾ ਬਹੁਤ ਧੰਨਵਾਦ ਵੀਰ ਜੀ ਵਿਚਾਰ ਸਾਂਝੇ ਕਰਨ ਦੇ ਲਈ। ਹੁਣ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜੇ ਕਠੂਆ
ਬਤੌਰ ਕੈਸ਼ੀਅਰ ਦੇ ਵਜੋਂ ਸੇਵਾ ਨਿਭਾ ਰਹੇ ਨੇ। ਆਪਾਂ ਵੇਖ ਰਹੇ ਹਾਂ ਲਗਾਤਾਰ ਇਹ ਵੀ ਸਰਦਾਰ ਦਲਜੀਤ ਸਿੰਘ ਜੀ ਪਹਿਲੇ ਦਿਨ ਤੋਂ ਹੀ ਇੱਥੇ ਮੌਜੂਦ ਨੇ। ਜਿਵੇਂ ਮੈਂ ਪਹਿਲਾਂ ਸਟਾਰਟਿੰਗ ਦੇ ਵਿੱਚ ਵੀ ਕਿਹਾ ਕਿ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਕਠੂਆ ਦਾ ਬਹੁਤ ਅਹਿਮ ਰੋਲ ਹੈ ਇਸ ਧਰਨੇ ਦੇ ਵਿੱਚ ਜਾਂ MP ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਦੇ ਨਾਲ ਖੜੇ ਹੋਣ ਦੇ ਵਿੱਚ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਜੋ ਇਹ ਸਾਰਾ ਘਟਨਾਕ੍ਰਮ ਹੋ ਰਿਹਾ, ਜੋ ਇਹ ਹਾਲਾਤ ਵਾਪਰ ਰਹੇ ਨੇ, ਕਿਵੇਂ ਵੇਖਦੇ ਹੋ ਤੁਸੀਂ ਇਹਨਾਂ ਨੂੰ? ਭੈਣ ਜੀ, ਗੱਲ ਇਸ ਤਰ੍ਹਾਂ ਕਿ ਅਸੀਂ ਤਾਂ ਇੱਥੋਂ ਦੀ ਸੰਗਤ ਸਾਨੂੰ ਚੁਣਿਆ ਹੈ, ਸਾਡੇ ਤੇ ਜੋ ਜ਼ਿੰਮੇਵਾਰੀ ਦਿੱਤੀ ਸੀ ਅਸੀਂ ਉਹਦੇ ਆਪਣੇ ਕੌਮ ਦੇ ਨਾਲ ਖੜੇ ਹਾਂ। ਤੇ ਬੜੇ ਹੀ ਇਤਿਹਾਸ ਦੇ ਪੰਨਿਆਂ ਵਿੱਚ ਲਿਖਿਆ ਜਾਏਗਾ ਕਿ ਇੱਕ ਮੈਂਬਰ ਪਾਰਲੀਮੈਂਟ ਜੋ ਕਿ 3 ਦਿਨ ਤੋਂ ਇੱਥੇ ਧਰਨੇ ਤੇ ਬੈਠਿਆ ਹੈ, ਉਹ ਵੀ ਆਟੋ ਵਿੱਚ ਸਵਾਇਆ ਗਿਆ ਕਿ ਪ੍ਰੋਟੋਕਾਲ ਦੇ ਮੁਤਾਬਿਕ ਇੱਕ ਮੈਂਬਰ ਪਾਰਲੀਮੈਂਟ ਨੂੰ ਜੋ ਸੁਵਿਧਾ ਦੇਣੀਆਂ ਚਾਹੀਦੀਆਂ ਹਨ ਉਹ ਨਹੀਂ ਦਿੱਤੀਆਂ ਗਈਆਂ। ਤੇ ਅਸੀਂ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਤੋਂ ਬੜਾ ਹੀ ਦੁਖਦਾਇਕ ਸਾਡੇ ਨਾਲ ਦੁੱਖ ਵਾਪਰਿਆ ਹੈ ਕਿ ਸਾਡੇ ਮੈਂਬਰ ਪਾਰਲੀਮੈਂਟ ਨੂੰ ਇਸ ਤਰ੍ਹਾਂ ਕਿ ਪਾਕਿਸਤਾਨ ਬਾਰਡਰ ਹੁੰਦਾ ਉਸ ਤਰ੍ਹਾਂ ਬੈਰੀਅਰ ਲਗਾ ਕੇ ਤੇ ਬਖਤਰਬੰਦ ਗੱਡੀਆਂ ਜੋ ਕਿ ਬਾਰਡਰ ਤੇ ਲਗਾਈ ਜਾਂਦੀਆਂ ਹਨ ਮਿਲੀਟੈਂਟਾਂ ਲਈ, ਤੇ ਉਹ ਸਾਡੇ ਲਈ ਲਗਾਈਆਂ ਗਈਆਂ ਹਨ। ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਸਾਡੇ ਲਈ? ਜੀ ਬਿਲਕੁਲ, ਕਿਉਂਕਿ ਆਪਾਂ ਲਗਾਤਾਰ ਵੇਖ ਰਹੇ ਹਾਂ ਕਿ ਮਾਨ ਸਾਹਿਬ ਜਿਸ ਦਿਨ ਦੇ ਵੀ ਲਖਨਪੁਰ ਬਾਰਡਰ ਤੇ ਨੇ, ਉਹ ਪੂਰੇ, ਚਾਹੇ ਉਹ ਸਾਡਾ ਲੋਕਲ ਮੀਡੀਆ ਹੋਵੇ ਚਾਹੇ ਉਹ ਨੈਸ਼ਨਲ ਮੀਡੀਆ ਹੋਵੇ, ਉਹ ਇੱਕ ਹੀ ਗੱਲ ਕਹਿ ਰਹੇ ਨੇ ਕਿ ਭਾਈ ਮੈਂ ਸ਼ਾਂਤੀ ਦੇ ਨਾਲ ਗੱਲ ਕਰ ਰਿਹਾ, ਮੈਂ ਬੜੇ ਆਰਾਮ ਦੇ ਨਾਲ ਗੱਲ ਕਰ ਰਿਹਾ, ਮੈਂ ਸਿਰਫ ਸਿੱਖਾਂ ਦੇ ਔਰ ਅਦਰ ਕਮਿਊਨਿਟੀਜ਼ ਹਿੰਦੂ ਮੁਸਲਿਮ ਸਿੱਖ ਸਾਰਿਆਂ ਦੇ ਵਿਚਾਰ ਨੇ, ਉਹਨਾਂ ਦੀਆਂ ਪ੍ਰੋਬਲਮਸ ਸੁਣਨ ਜਾ ਰਿਹਾ ਔਰ ਕੀ ਉਹਨਾਂ ਦੇ ਮੈਂ ਹੱਲ ਕੱਢ ਸਕਦਾ, ਮੈਂ ਉਹਨਾਂ ਦੀ ਮਦਦ ਕਰਨਾ ਚਾਹੁੰਦਾ ਵਾਂ। ਔਰ ਆਪਣੇ ਬੜੇ ਹੀ ਪਿਆਰ ਦੇ ਨਾਲ ਨੌਜਵਾਨਾਂ ਨੇ ਬੜੀ ਪੇਸ਼ੈਂਸ ਰੱਖੀ। ਨੌਜਵਾਨਾਂ ਦਾ ਇੱਥੇ ਦੇਖਿਆ ਆਪਾਂ ਇੱਕ ਬਾਣੀ ਚੈਨਲ ਦੇ ਰਾਹੀਂ ਵੀ ਔਰ ਹੋਰ ਵੀ ਚੈਨਲ ਜਿਹੜੇ ਤੋਂ ਲਾਈਵ ਕਰ ਰਹੇ ਸਨ, ਨੌਜਵਾਨਾਂ ਨੂੰ ਬੜੀ ਹੀ ਹੋਸ਼ ਦੇ ਨਾਲ ਜਿਹੜਾ ਉਹ ਕਹਿ ਰਹੇ ਸਨ ਕਿ ਇੱਥੇ ਤੁਸੀਂ ਬੈਠਣਾ ਹੈ ਬੜੇ ਤਰੀਕੇ ਦੇ ਨਾਲ। ਨੌਜਵਾਨਾਂ ਨੇ ਬੜੀ ਪੇਸ਼ੈਂਸ ਦੇ ਨਾਲ, ਅੱਜ ਤੀਜਾ ਦਿਨ ਹੈ, ਨੌਜਵਾਨਾਂ ਦੀ ਸੋਚ ਨੂੰ ਸਾਂਭਣਾ, ਨੌਜਵਾਨਾਂ ਦੇ ਜੋਸ਼ ਨੂੰ ਸਾਂਭਣਾ, ਇਹ ਵੀ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ। ਔਰ ਉਹ ਇੱਕ 80 ਸਾਲ ਦਾ ਬਜ਼ੁਰਗ, ਜਿਵੇਂ ਮੈਂ ਪਹਿਲਾਂ ਵੀ ਕਿਹਾ, ਮੈਂਬਰ ਪਾਰਲੀਮੈਂਟ ਹੈ, ਸੀਨੀਅਰ ਸਿਟੀਜ਼ਨ ਹੈ। ਅਸੀਂ ਜੇਕਰ ਕਿਤੇ ਖੜੇ ਵੀ ਹੁੰਨੇ ਤਾਂ ਅਸੀਂ ਸੋਚਦੇ ਹਾਂ ਕਿ ਬਜ਼ੁਰਗ ਖੜੇ ਨੇ ਵਿਚਾਰੇ, ਇਹਨਾਂ ਨੂੰ ਬਾਹ ਦਿਓ। ਸੀਨੀਅਰ ਸਿਟੀਜ਼ਨ ਨੇ, ਇੱਕ ਸੀਨੀਅਰ ਸਿਟੀਜ਼ਨ ਨਹੀਂ, ਇੱਥੇ ਤੇ ਉਹਨਾਂ ਦੇ ਨਾਲ ਕਿੰਨੇ ਸੀਨੀਅਰ ਸਿਟੀਜ਼ਨ ਬੈਠੇ ਨੇ ਜਿਹੜੇ ਕਿ ਸੱਚ ਦੀ ਆਵਾਜ਼ ਜਿਹੜੇ ਨੇ ਚੁੱਕ ਰਹੇ ਨੇ। ਤੇ ਸਾਡੇ ਨਾਲ ਵੀਰ ਜੀ ਹੋਣੀ ਨੇ ਗੱਲ ਕਰਦੇ ਨੇ, ਸਾਡੇ ਨਾਲ ਵੀਰ ਜੀ ਨੇ ਗੁਰਜੀਤ ਸਿੰਘ ਜੀ, ਉਹ ਵੀ ਇਸ ਧਰਨੇ ਦੇ ਵਿੱਚ ਮੌਜੂਦ ਨੇ ਔਰ ਆਪਾਂ ਵੇਖਦੇ ਹੁੰਦੇ ਹਾਂ ਹਮੇਸ਼ਾ ਹੀ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਹੋਰ ਵੀ ਮੁੱਦਿਆਂ ਨੂੰ ਲੈ ਕੇ ਬੜੇ ਐਕਟਿਵ ਰਹਿੰਦੇ ਨੇ ਵੀਰ ਗੁਰਜੀਤ ਸਿੰਘ ਜੀ। ਜੀ ਵੀਰ ਜੀ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਤਾਂ ਮੈਂ ਇਕਬਾਨੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜੋ ਹਰ ਜਗ੍ਹਾ ਪਹੁੰਚ ਕੇ ਸਿੱਖ ਦੀ ਕਮਿਊਨਿਟੀ ਦੀ ਜਿਹੜੀ ਆਵਾਜ਼ ਆ ਉਹਨੂੰ ਹਰ ਇੱਕ ਲੈਵਲ ਤੱਕ ਲੈ ਕੇ ਜਾਂਦੀ ਹੈ, ਚਾਹੇ ਦੇਸ਼ ਵਿਦੇਸ਼ ਹਰ ਜਗ੍ਹਾ। ਦੂਸਰੀ ਸਭ ਤੋਂ ਵੱਡੀ ਚੀਜ਼ ਤੇ ਇੱਕ ਇਹ ਬਹੁਤ ਹੀ ਵੱਡੀ ਸਿੱਖ ਕਮਿਊਨਿਟੀ ਨਾਲ ਇੱਕ ਧੱਕਾ ਹੈ ਕਿ ਮੈਂਬਰ ਆਫ ਪਾਰਲੀਮੈਂਟ ਪੰਜਾਬ ਦੇ ਜੋ ਸਿੱਖ ਕੌਮ ਨੇ ਇੱਕ ਨੁਮਾਇੰਦਾ ਚੁਣ ਕੇ ਭੇਜਿਆ ਹੋਇਆ ਆਪਣੀ ਆਵਾਜ਼ ਚੁੱਕਣ ਲਈ, ਉਹਨਾਂ ਨੂੰ ਇੱਕ ਪਾਰਲੀਮੈਂਟ ਦੇ ਵਿੱਚ ਜੰਮੂ ਆਉਣ ਤੋਂ ਉਹਨਾਂ ਨੂੰ ਰੋਕਿਆ ਗਿਆ ਬੈਰੀਕੇਡ ਲਗਾ ਕੇ, ਜੋ ਕਿ ਬਹੁਤ ਹੀ ਮਾੜੀ ਗੱਲ ਹੈ ਕਿ ਇੱਕ ਪ੍ਰੋਟੋਕਾਲ ਦੇ ਤਹਿਤ ਇੱਕ MP ਨੂੰ ਰੋਕਿਆ ਨਹੀਂ ਜਾ ਸਕਦਾ। ਹਾਂ, ਉਹਨਾਂ ਨੂੰ ਫੈਸਿਲਿਟੀਜ਼ ਜ਼ਰੂਰ ਦੇਣੀ ਚਾਹੀਦੀਆਂ ਹਨ, ਬਟ ਉਹਨਾਂ ਨੇ ਇਸ ਤਰ੍ਹਾਂ ਕੋਈ ਫੈਸਿਲਿਟੀ ਦਿੱਤੀ ਨਹੀਂ ਉਹਨਾਂ ਨੂੰ। ਔਰ ਉਹਨਾਂ ਨੇ, ਸਾਨੂੰ ਬੜਾ ਦੁੱਖ ਹੋ ਰਿਹਾ ਕਿ ਸਾਡੇ ਪਿਓ ਦਾਦੇ ਦੀ ਏਜ ਦੇ ਬਜ਼ੁਰਗ ਉਹ ਆਟੋ ਵਿੱਚ ਸੌਣ ਔਰ ਐਡਮਿਨਿਸਟ੍ਰੇਸ਼ਨ ਨੂੰ ਇਸ ਦਾ ਕੋਈ ਫਰਕ ਨਹੀਂ ਪੈ ਰਿਹਾ। ਸਭ ਤੋਂ ਜ਼ਰੂਰੀ ਚੀਜ਼ ਇਹ ਹੈ ਕਿ ਸਾਨੂੰ ਇਸ ਚੀਜ਼ ਦਾ ਬਹੁਤ ਦੁੱਖ ਲੱਗਦਾ ਕਿ ਸਾਡੀ ਕਮਿਊਨਿਟੀ ਦੇ ਕੁਝ ਐਸੇ ਲੋਕ ਜੋ ਬੜੀ ਵੱਡੀ ਗੱਲਾਂ ਕਰਦੇ ਨੇ। ਅੱਜ ਇੱਥੇ ਜਿੰਨਾ ਵੀ ਤੁਸੀਂ ਨੌਜਵਾਨ ਦੇਖ ਰਹੇ ਹੋ ਉਹ ਸ਼ਾਇਦ ਕਠੂਆ ਏਰੀਏ ਤੋਂ ਜ਼ਿਆਦਾ ਆਇਆ ਦਾ, ਜੰਮੂ ਦੇ ਲੋਕ ਬੜੇ ਘੱਟ ਆਏ ਨੇ। ਸਭ ਤੋਂ ਜ਼ਰੂਰੀ ਚੀਜ਼ ਇਹ ਹੈ ਕਿ ਜੋ ਲੋਕਾਂ ਨੇ ਕੁਝ ਦੇਰ ਪਹਿਲੇ ਇੱਕ ਏਜੰਡਾ ਸ਼ੁਰੂ ਕੀਤੇ ਸਨ ਕਿ ਅਸੀਂ ਸਿੱਖ ਕਮਿਊਨਿਟੀ ਦੀ ਆਵਾਜ਼ ਚੁੱਕਣੀ ਹੈ, ਕਿਆ ਅਸੀਂ ਸਾਰੇ ਇੱਕ ਹੋ ਕੇ ਆਵਾਜ਼ ਚੁੱਕੇ, ਉਹਨਾਂ ਵਿੱਚੋਂ ਕੋਈ ਵੀ ਸਾਨੂੰ ਇੱਥੇ ਦਿਸਿਆ ਨਹੀਂ ਹੈ। ਸਭ ਤੋਂ ਇਹ ਮੇਰਾ ਆਪਣਾ ਦੁੱਖ ਹੈ, ਜਿਹੜਾ ਗੁੱਸਾ ਹੈ ਜੋ ਅਸੀਂ ਆਪ ਜ਼ਾਹਿਰ ਕਰ ਰਹੇ ਹਾਂ, ਕਿਉਂਕਿ ਇੱਕ ਕੋਈ ਛੋਟੀ ਮੋਟੀ ਹਸਤੀ ਜੰਮੂ ਦੇ ਵਿੱਚ ਨਹੀਂ ਆ ਰਹੀ ਸੀ, ਉਹ ਇੱਕ ਬੜੀ ਵੱਡੀ ਹਸਤੀ ਸੀ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਸਿੱਖ ਕਮਿਊਨਿਟੀ ਨੂੰ ਡੋਨੇਟ ਕਰ ਦਿੱਤਾ, ਚਾਹੇ ਉਹ ਸਰੀਰਕ ਤੌਰ ਤੇ, ਚਾਹੇ ਉਹ ਫਾਈਨੈਂਸ਼ਲੀ ਤੌਰ ਤੇ, ਚਾਹੇ ਉਹਨਾਂ ਨੇ ਕਿਸੇ ਵੀ ਤੌਰ ਤੇ ਜੇਲਾਂ ਕੱਟ ਕੇ। ਬਟ ਅਸੀਂ ਇਹ ਚੀਜ਼ ਚਾਹੁੰਦੇ ਹਾਂ ਕਿ ਅੱਜ ਅਗਰ ਉਹ ਜਿਸਲੇ ਇਸ ਸਾਡੀ ਆਵਾਜ਼ ਚੁੱਕਣ ਵਾਸਤੇ ਆ ਰਹੇ ਨੇ, ਸਾਡੇ ਹਾਲਾਤ ਦੇਖਣ ਵਾਸਤੇ ਆ ਰਹੇ ਨੇ, ਜੋ ਐਡਮਿਨਿਸਟ੍ਰੇਸ਼ਨ ਨੇ ਇਹ ਚੀਜ਼ ਦੱਸੀ ਹੋਈ ਹੈ ਕਿ ਜੰਮੂ ਦੇ ਵਿੱਚ ਹਾਲਾਤ ਬਹੁਤ ਸ਼ਾਂਤ ਹਨ। ਸਭ ਤੋਂ ਪਹਿਲੇ ਚੀਜ਼ ਹੈ ਕਿ ਸਾਡੀ ਪੰਜਾਬੀ ਮਾਂ ਬੋਲੀ, ਜਿਸ ਦੇ ਲਈ ਅਸੀਂ ਲੜ ਰਹੇ ਹਾਂ ਪਿਛਲੇ ਇੰਨੇ ਸਾਲਾਂ ਤੋਂ, ਤੇ ਉਸ ਦੇ ਉੱਪਰ ਕਿਸੇ ਨੇ ਗੱਲ ਨਹੀਂ ਕੀਤੀ, ਚਾਹੇ ਕੋਈ ਵੀ ਡੈਲੀਗੇਸ਼ਨ ਉਹਨਾਂ ਨੂੰ ਜਾ ਕੇ ਮਿਲਿਆ ਜਾਂ DGP ਨੂੰ ਉਹਨਾਂ ਨੇ ਟਾਈਮ ਨਹੀਂ ਦਿੱਤਾ, ਜੋ ਵੀ ਅਫਵਾਹਾਂ ਚੱਲ ਰਹੀਆਂ ਨੇ। ਬਟ ਉਸ ਦੇ ਬਾਵਜੂਦ ਵੀ ਸਾਡੀ ਕੋਈ ਵੀ ਗੱਲ ਉੱਥੇ ਰੱਖੀ ਨਹੀਂ ਗਈ। ਇੱਕ ਸਾਡੇ ਕੋਲ ਉਮੀਦ ਸੀ
ਕਿ ਜਿਹੜੀ ਸਾਡੀ ਆਵਾਜ਼ ਮੈਂਬਰ ਆਫ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਉੱਥੇ ਚੁੱਕੀ ਜਾਏਗੀ ਕਿ ਉਹ ਸਾਡੇ ਹਾਲਾਤ ਦੇਖ ਕੇ ਜਾਣਗੇ ਅਸੈਂਬਲੀ ਵਿੱਚ ਕਮ ਸੇ ਕਮ ਸਾਡੀ ਕਮਿਊਨਿਟੀ ਦੀ ਕੋਈ ਗੱਲ ਤੇ ਰੱਖੀ ਜਾਏਗੀ। ਅਸੀਂ ਹੋਰ ਚੀਜ਼ਾਂ ਨਹੀਂ ਮੰਗਦੇ, ਅਸੀਂ ਇਹ ਤੇ ਚਾਹ ਸਕਦੇ ਹਾਂ ਕਿ ਜਿਹੜੀ ਸਾਡੀ ਮਾਂ ਬੋਲੀ ਪੰਜਾਬੀ ਹੈ ਕਮ ਸੇ ਕਮ ਉਸ ਨੂੰ ਤੇ ਸਾਡੀ ਆਫੀਸ਼ੀਅਲ ਲੈਂਗੁਏਜ ਵਿੱਚ ਦਿੱਤਾ ਜਾਏ ਦਰਜਾ। ਬਟ ਐਸਾ ਬੜੀ ਅਫਸੋਸ ਦੀ ਗੱਲ ਹੈ ਕਿ ਸ਼ਾਇਦ ਐਡਮਿਨਿਸਟ੍ਰੇਸ਼ਨ ਨੂੰ ਇਹ ਡਰ ਸੀ ਕਿ ਸਿਮਰਨਜੀਤ ਸਿੰਘ ਮਾਨ ਸਾਹਿਬ ਇੱਥੇ ਆਉਣਗੇ, ਇੱਥੇ ਦੇ ਹਾਲਾਤ ਜਾ ਕੇ ਸੈਂਟਰ ਗਵਰਨਮੈਂਟ ਦੇ ਅੱਗੇ ਰੱਖਣਗੇ ਤੇ ਜੋ ਇਹਨਾਂ ਨੇ ਛਵੀ ਜੰਮੂ ਕਸ਼ਮੀਰ ਦੀ ਬਣਾਈ ਹੈ ਕਿ ਬੜੀ 370 ਟੁੱਟਣ ਦੇ ਬਾਅਦ ਬੜੇ ਜ਼ਿਆਦਾ ਇੱਥੇ ਨਾਰਮਲ ਵਿੱਚ ਰਹਿ ਰਹੇ ਹਨ। ਬਟ ਇੱਥੇ ਸਭ ਤੋਂ ਜ਼ਿਆਦਾ ਇਸ ਟਾਈਮ ਅਗਰ ਕੋਈ ਸਫਰ ਕਰ ਰਿਹਾ ਉਹ ਸਿੱਖ ਕਮਿਊਨਿਟੀ ਸਫਰ ਕਰ ਰਹੀ ਹੈ। ਤਾਂ ਮੈਂ ਐਡਮਿਨਿਸਟ੍ਰੇਸ਼ਨ ਨੂੰ ਔਰ ਆਪਣੀ ਸਿੱਖ ਕੌਮ ਨੂੰ ਅਪੀਲ ਕਰਾਂਗਾ ਕਿ ਵੱਧ ਚੜ੍ਹ ਕੇ ਮਾਨ ਸਾਹਿਬ ਦਾ ਸਹਿਯੋਗ ਕਰਨ, ਜਿੰਨਾ ਤਨ ਮਨ ਧਨ ਹਰ ਚੀਜ਼ ਨਾਲ। ਤੇ ਇੱਕ ਇਹ ਲੜਾਈ ਸਿਰਫ ਬਾਰਡਰ ਕ੍ਰਾਸ ਕਰਨ ਦੀ ਨਹੀਂ ਹੈ, ਇਹ ਲੜਾਈ ਤੁਹਾਡੀ ਹੋਂਦ ਦੀ ਹੈ ਕਿ ਅਸੀਂ ਇਸ ਲੜਾਈ ਨੂੰ ਜਿੱਤਣਾ ਨਹੀਂ ਹੈ। ਇਹ ਸਾਡੀ ਜਿੱਤਣ ਹਾਰ ਦੀ ਕੋਈ ਵੈਲਿਊ ਨਹੀਂ ਹੈ, ਸਾਡੀ ਇਹ ਕਿ ਜੋ ਸਾਡੇ ਤੇ ਇਹ ਜ਼ੁਲਮ ਕੀਤੇ ਜਾ ਰਹੇ ਨੇ, ਇਹ ਸਾਡੀ ਜਿਹੜੀ ਆਵਾਜ਼ ਆ ਮਾਨ ਸਾਹਿਬ ਦੇ ਥਰੂ ਉਸ ਜ਼ੁਲਮ ਦੇ ਉੱਪਰ ਆਵਾਜ਼ ਹੋਏਗੀ। ਮੈਂ ਇੰਨਾ ਹੀ ਸੰਗਤਾਂ ਨੂੰ ਅਪੀਲ ਕਰਾਂਗਾ ਕਿ ਵੱਧ ਚੜ੍ਹ ਕੇ ਮਾਨ ਸਾਹਿਬ ਦੇ ਵੱਲ ਆਪਣੀ ਜਿਹੜੀ ਹੈ ਸਹਿਯੋਗ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਜੀ। ਸਰਦਾਰ ਇੰਦਰਜੀਤ ਸਿੰਘ ਜੀ ਮੀਤ ਪ੍ਰਧਾਨ ਸਾਡੇ ਜੀ, ਸਰਦਾਰ ਇੰਦਰਜੀਤ ਸਿੰਘ ਜੀ ਨੇ ਜਿਹੜੇ ਮੀਤ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ, ਉਹ ਵੀ ਆਪਦੇ ਵਿਚਾਰ ਨੇ ਜਿਹੜੇ ਇਸ ਸਾਰੇ ਘਟਨਾਕ੍ਰਮ ਦੇ ਉੱਤੇ ਸਾਂਝੇ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਸਭ ਤੋਂ ਪਹਿਲੇ ਮੈਂ ਤੁਹਾਡਾ ਧੰਨਵਾਦ ਕਰਾਂਗਾ ਕਿ ਇਤਨਾ ਲੇਟ ਤੁਸੀਂ ਜੰਮੂ ਤੋਂ 100 ਕਿਲੋਮੀਟਰ ਚੱਲ ਕੇ ਸਾਡੇ ਕੋਲ ਆਏ ਹੋ, ਅਸੀਂ ਤੁਹਾਡੇ ਰਿਣੀ ਆ। ਉਸ ਤੋਂ ਬਾਅਦ ਮੈਂ ਧੰਨਵਾਦ ਕਰਾਂਗਾ ਤੁਹਾਡੀ ਪੂਰੀ ਟੀਮ ਦਾ। ਬਾਕੀ ਉਹਨੂੰ ਤਾਂ ਖੈਰ ਮੈਂ ਜਾਣਦਾ ਨਹੀਂ, ਪਰ ਇਹ ਬੇਟਾ ਜਿਹੜਾ ਹੈ ਹਰਵਿੰਦਰ ਸਿੰਘ, ਇਹਦੀ ਤਾਂ ਕਾਬਲੀਅਤ ਦਾ ਮੇਰਾ ਖਿਆਲ ਹੈ ਵੀ ਮਹਾਰਾਜ ਨੂੰ ਮੈਂ ਅਰਦਾਸ ਕਰਾਂਗਾ ਕਿ ਹਰ ਘਰ ਦੇ ਵਿੱਚ ਇਹੋ ਜਿਹਾ ਬੱਚਾ ਦੇ। ਇਹਦੀ ਕਾਬਲੀਅਤ ਦਾ ਸ਼ਾਇਦ ਲੋਕਾਂ ਨੂੰ ਨਹੀਂ ਪਤਾ ਹੋਏਗਾ, ਇਹਦੀ ਕਾਬਲੀਅਤ ਦਾ ਸਿਰਫ ਮੈਨੂੰ ਸਮਝ ਆ ਗਈ ਆ। ਬਾਕੀ ਮੇਰਾ ਵਿਸ਼ਾ ਜਿਹੜਾ ਨਾ ਇਹ ਮਾਨ ਸਾਹਿਬ ਦੇ ਦੌਰ ਤੋਂ ਹਟ ਕੇ ਗੱਲ ਕਰਾਂਗਾ ਤੁਹਾਡੇ ਨਾਲ, ਮੈਂ ਜਿਹੜੀ ਕਰਨੀ ਬਹੁਤ ਜ਼ਰੂਰੀ ਹੈ। ਮੈਂ ਤੇ ਇੱਕ ਬੇਨਤੀ ਕਰਾਂਗਾ ਆਪਣੇ ਪੂਰੇ ਪਰਿਵਾਰਾਂ ਨੂੰ ਕਿ ਆਪਣੇ ਖਰਚੇ ਕਢਾ ਕੇ, ਆਪਣੇ ਨਸ਼ੇ ਘਟਵਾ ਕੇ, ਸਾਡੇ ਬੜੀਆਂ ਕਮਜ਼ੋਰੀਆਂ ਨੇ ਉਹਨਾਂ ਨੂੰ ਵੱਧ ਕੇ ਆਪਣੇ ਬੱਚਿਆਂ ਨੂੰ ਇਤਨੀ ਐਜੂਕੇਸ਼ਨ ਦੇ ਦਿਓ। ਅੱਜ ਮੈਨੂੰ ਇਤਨੀ ਖੁਸ਼ੀ ਹੋਈ ਹੈ, ਉਹ 2 ਬੱਚੇ ਲਾਏ ਅਗਰ ਸਾਡੇ ਕੋਲ ਨਹੀਂ ਹੁੰਦੇ ਨਾ, ਮੇਰਾ ਖਿਆਲ ਹੈ ਕਿ ਸਾਡੀ ਕੋਈ ਗੱਲ ਸੁਣਨ ਵਾਸਤੇ ਇੱਥੇ ਤਿਆਰ ਨਹੀਂ ਸੀ। ਅਸੀਂ ਚੰਡੀਗੜ੍ਹ ਤੋਂ ਸਾਡੀ ਟੀਮ ਪਹੁੰਚ ਗਈ ਸੀ, ਲੇਕਿਨ ਉਹਨਾਂ ਬੱਚਿਆਂ ਤੋਂ ਉਹਨਾਂ ਨੇ ਸਾਡਾ ਕੀਤਾ, ਗੁਪਤਾ ਜੀ ਨੇ ਤੇ ਕੀਤਾ ਹੀ ਕੀਤਾ। ਉਹਨਾਂ ਦੇ ਤੇ ਅਸੀਂ ਰਿਣੀ ਆ ਉਹਨਾਂ ਦੇ ਵੀ, ਕਿ ਉਹਨਾਂ ਨੇ ਇੱਕ ਆਊਟ ਆਫ ਹੋ ਕੇ ਆਪਣੀ ਬਾਹਰ ਤੋਂ ਬਾਹਰ ਹੋ ਕੇ ਬੱਚਿਆਂ ਨੇ ਰਿਜ਼ਾਈਨ ਦੇਣਾ, ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਕਿ ਆਪਣੇ ਲਾਈਫ ਦੇ ਉੱਪਰ ਖਿਲਿਆ ਉਹਨਾਂ ਨੇ। ਮੈਂ ਤਾਂ ਸਾਰਿਆਂ ਨੂੰ ਇਹ ਬੇਨਤੀ ਕਰਾਂਗੇ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦਿਓ, ਇਤਨੀ ਐਜੂਕੇਸ਼ਨ ਦਿਓ ਕਿ ਸਾਨੂੰ ਕੱਲ ਕਿਸੇ ਦੇ ਵੱਲ ਦੇਖਣ ਦੀ ਜ਼ਰੂਰਤ ਨਾ ਪਵੇ, ਔਰ ਬੱਚਿਆਂ ਨੂੰ ਇਤਨੀ ਐਜੂਕੇਸ਼ਨ ਦਿਓ ਕਿ ਜਦੋਂ ਜ਼ਰੂਰਤ ਪਵੇ ਆਪਣੀ ਕੌਮ ਦੇ ਨਾਲੋਂ ਖੜੇ ਹੋ। ਮੇਰੀ ਤਾਂ ਬਸ ਇਹ, ਬਾਕੀ ਦੌਰੇ ਦੀਆਂ ਗੱਲਾਂ ਤੁਹਾਨੂੰ ਭੋਲਾ ਵੀਰ ਜੀ ਨੇ, ਸਾਡੇ ਪ੍ਰਧਾਨ ਸਾਹਿਬ ਨੇ, ਸਾਡੇ ਭਾਈ ਸਾਹਿਬ ਹੋਰਾਂ ਨੇ ਸਾਰਾ ਦੱਸ ਦਿੱਤਾ ਹੈ। ਉਹਨੂੰ ਆਪਾਂ ਦੁਬਾਰਾ ਰਿਪੀਟ ਕਰੀਏ, ਉਹਨਾਂ ਰਿਪੀਟ ਕਰਨ ਦਾ ਤੁਹਾਡਾ ਵੀ ਟਾਈਮ ਵੇਸਟ ਕਰਨਾ ਤੇ ਐਵੇਂ ਲੋਕਾਂ ਨੂੰ ਵੀ ਦਿਖਾਣਾ, ਇਹਦਾ ਕੋਈ ਮਤਲਬ ਨਹੀਂ ਬਣਦਾ। ਤੁਸੀਂ ਸਭ ਨੂੰ ਬੇਨਤੀ ਇਹੀ ਹੈ ਮੇਰੇ ਵੱਲੋਂ ਕਿ ਆਪਣੇ ਬੱਚਿਆਂ ਨੂੰ ਖੂਬ ਐਜੂਕੇਸ਼ਨ ਦਿਓ, ਤਾਂ ਜੋ ਦੇਸ਼ ਦੀ, ਕੌਮ ਦੀ, ਆਪਣੇ ਭੈਣ ਭਰਾ ਦੀ ਪੂਰੀ ਸਮੁੱਚੀ ਦੀ ਜਿਹੜੀ ਵੀ ਇਸ ਟਾਈਮ ਦੁਨੀਆ ਦੇ ਉੱਪਰ ਜਿਹੜੇ ਵੀ ਆਪਾਂ ਰਹਿ ਰਹੇ ਹਾਂ, ਕੋਈ ਲੋਕ ਚਾਹੇ ਕਿਸੇ ਕਮਿਊਨਿਟੀ ਦਾ ਵੀ ਹੈ, ਉਹਦੀ ਸੇਵਾ ਪਿਆਰ ਨਾਲ ਦਿਲੋਂ ਮਨੋ ਕੇ ਉਹਨਾਂ ਦੀ ਸੇਵਾ ਕਰਨ। ਬਾਕੀ ਰਹਿ ਗਈਆਂ ਸਾਡੀਆਂ ਜਥੇਬੰਦੀਆਂ, ਉਹਨਾਂ ਦਾ ਸਾਰੀਆਂ ਦਾ ਧੰਨਵਾਦ। ਜਥੇਬੰਦੀ ਤੋਂ ਇਲਾਵਾ ਜਿਹੜੇ ਸਾਡੇ ਭੈਣ ਭਰਾ, ਸਾਡੀਆਂ ਭੈਣਾਂ ਤੋਂ ਅੱਜ ਡਗਿਆਣੇ ਤੋਂ ਆਈਆਂ ਸਨ, ਸਵੇਰੇ ਮੋਟਰਸਾਈਕਲ ਤੋਂ ਉਹਦਾ ਬੇਟਾ ਲੈ ਕੇ ਆਇਆ, ਉਹਨਾਂ ਨੂੰ ਗਿਲੇ ਸ਼ਿਕਵੇ ਉਹਨਾਂ ਸਾਡੇ ਨਾਲ ਬੜੇ ਕੀਤੇ, ਸਾਨੂੰ ਦੱਸਿਆ ਨਹੀਂ ਹੈ, ਉਹਨਾਂ ਦਾ ਵੀ ਧੰਨਵਾਦ। ਪੂਰੀ ਜੰਮੂ ਦੀ ਸਾਡੀ ਜਿਹੜੀ ਹੈਗੀ JNK ਸਟੇਟ, ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਸਾਨੂੰ ਦੇਖ ਰਹੇ ਨੇ, ਵਰਲਡ 'ਚ ਦੇਖ ਰਹੇ ਨੇ, ਸਭ ਦਾ ਧੰਨਵਾਦ। ਉਹਨਾਂ ਦੇ ਆਸ਼ੀਰਵਾਦ ਸਾਨੂੰ ਚਾਹੀਦੇ ਨੇ, ਬਾਕੀ ਜੋ ਮਹਾਰਾਜ ਦੀ ਕਿਰਪਾ ਹੈ ਸਭ ਕੁਝ ਸਾਡੇ ਕੋਲ ਹੈਗਾ ਜੀ। ਬਹੁਤ ਬਹੁਤ ਧੰਨਵਾਦ ਵੀਰ ਜੀ ਵਿਚਾਰ ਸਾਂਝੇ ਕਰਨ ਦੇ ਲਈ। ਜਿਸ ਤਰ੍ਹਾਂ ਦੇ ਨਾਲ ਵੀਰ ਜੀ ਨੇ ਉਹਨਾਂ ਨੇ ਕਿਹਾ ਕਿ ਐਜੂਕੇਟ ਹੋਣਾ ਬਹੁਤ ਜ਼ਰੂਰੀ ਹੈ, ਕਿ ਤੁਸੀਂ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿ ਸਕੋ। ਜੇਕਰ ਤੁਹਾਨੂੰ ਸਾਰੇ ਤੁਹਾਡੇ ਕੋਲ ਸਾਰੀ ਚੀਜ਼ਾਂ ਦੀ ਜਿਹੜੀ ਨੌਲੇਜ ਹੋਵੇ, ਇਸ ਕਰਕੇ ਜਿਸ ਤਰ੍ਹਾਂ ਦੇ ਨਾਲ ਉਹ 2 ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰ ਰਹੇ ਨੇ, ਜਿਹੜੇ 2 ਵਕੀਲ ਵੀਰ ਜਿਹੜੇ ਜਿਨ੍ਹਾਂ ਨੇ ਸੱਚ ਨੂੰ ਸਹੀ ਤੇ ਗਲਤ ਨੂੰ ਗਲਤ ਹੈ ਜਿਹੜਾ ਉਹ ਠਹਿਰਾਇਆ ਔਰ ਆਪਣੀ ਆਵਾਜ਼ ਨੂੰ ਬੜੀ ਪੁਰਜ਼ੋਰ ਤਰੀਕੇ ਦੇ ਨਾਲ ਬੁਲੰਦ ਕੀਤਾ। MP ਮੈਂਬਰ ਪਾਰਲੀਮੈਂਟ, ਇਹ ਉਹਨਾਂ ਦਾ ਗੈਸਟ ਹਾਊਸ ਹੈ, ਤੁਸੀਂ ਵੇਖ ਸਕਦੇ ਹੋ। ਇਹ ਗੈਸਟ ਹਾਊਸ ਹੈ ਜਿਹੜਾ ਸਟੇਟ ਦੇ ਵੱਲੋਂ, ਪ੍ਰਸ਼ਾਸਨ ਦੇ ਵੱਲੋਂ, ਇਹ ਗੈਸਟ ਹਾਊਸ ਮੈਂਬਰ ਪਾਰਲੀਮੈਂਟ ਭਾਰਤ ਦੇ ਵਿੱਚ ਹਾਊਸ ਦੇ ਵਿੱਚ ਜਿਹਨੂੰ 4 ਤੋਂ 5 ਲੱਖ ਲੋਕਾਂ ਨੇ ਵੋਟ ਪਾ ਕੇ ਚੁਣਿਆ, ਇਹ ਬਾਹਰ ਦੇ ਜਿਹੜੇ ਦੇਸ਼ ਨੇ ਉਹ ਬੜੇ ਹੈਰਾਨ ਹੋਣਗੇ ਦੇਖ ਕੇ ਕਿ ਇੱਕ ਮੈਂਬਰ ਪਾਰਲੀਮੈਂਟ
ਕਿਸ ਤਰ੍ਹਾਂ ਦੇ ਨਾਲ ਭਾਰਤ ਦੇ ਵਿੱਚ ਆਟੋ ਦੇ ਵਿੱਚ ਇੱਕ ਮੈਂਬਰ ਪਾਰਲੀਮੈਂਟ ਨੂੰ ਰਿਹਾਇਸ਼ ਦਿੱਤੀ ਗਈ ਆ। ਸ਼ਾਇਦ ਮੈਨੂੰ ਲੱਗਦਾ ਇਹ ਵੀ ਇੱਕ ਇਤਿਹਾਸ ਦੇ ਵਿੱਚ ਮਾਨ ਸਾਹਿਬ ਹੋਣਾ ਦੇ ਨਾਮ ਦੇ ਨਾਲ ਜਿਹੜਾ ਲਿਖਿਆ ਗਿਆ ਹੈ। ਔਰ ਬੜੀ ਹੈਰਾਨੀਜਨਕ ਗੱਲ, ਜਿੱਦਾਂ ਵੀਰ ਜੀ ਉਹਨਾਂ ਨੇ ਕਿਹਾ ਕਿ ਤੁਸੀਂ ਵੇਖ ਸਕਦੇ ਹੋ ਕਿ ਮਾਨ ਸਾਹਿਬ ਦਾ ਆਪਾਂ ਸੋਸ਼ਲ ਮੀਡੀਆ ਦੇ ਰਾਹੀਂ ਬਾਣੀ ਚੈਨਲ ਦੇ ਰਾਹੀਂ ਵੀ ਵੇਖ ਰਹੇ ਸੀਗੇ ਕਿ ਇੱਥੇ ਤਾਂ ਲੱਤਾਂ ਵੀ ਨਹੀਂ ਪੂਰੀਆਂ ਆਉਂਦੀਆਂ ਹੋਣੀਆਂ ਉਹਨਾਂ ਦੀਆਂ। ਔਰ ਇੱਕ ਮੈਂਬਰ ਪਾਰਲੀਮੈਂਟ, ਕੀ ਕਹੋਗੇ ਕਿ ਇਹ ਹੁਣ ਮੈਨੂੰ ਸਮਝ ਨਹੀਂ ਆ ਰਹੀ, ਮੇਰੇ ਕੋਲ ਤਾਂ ਅਲਫਾਜ਼ ਹੀ ਨਹੀਂ ਹੈਗੇ ਕਿ ਕਿੱਧਰ ਨੂੰ ਗੱਲ ਜਾ ਰਹੀ ਹੈ ਕਿ ਇੱਕ ਮੈਂਬਰ ਪਾਰਲੀਮੈਂਟ, ਉਹਦਾ ਗੈਸਟ ਹਾਊਸ, ਉਹਦਾ ਸਵਾਗਤ, ਭਰਵਾਂ ਸਵਾਗਤ ਹੈ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਕੀਤਾ ਜਾ ਰਿਹਾ। ਤੇ ਆ ਉਹਨਾਂ ਦੇ ਰਹਿਣ ਦਾ ਪ੍ਰਬੰਧ ਹੈ, ਇਹ ਉਹਨਾਂ ਦੇ ਪੂਰਾ ਦਿਨ ਬਹਿਣ ਦਾ ਪ੍ਰਬੰਧ ਸੀਗਾ, ਜਿੱਥੇ ਉਹ ਪੂਰਾ ਦਿਨ 3 ਦਿਨ ਤੋਂ ਲਗਾਤਾਰ ਸੜਕ ਦੇ ਉੱਤੇ ਬੈਠੇ ਉਹਨਾਂ ਦੇ ਨਾਲ ਔਰ ਉਹਨਾਂ ਦੇ ਸਮਰਥਕ ਬੈਠੇ ਰਹੇ। ਔਰ ਇਹ ਪੂਰਾ ਪ੍ਰਬੰਧ ਲੰਗਰ ਪਾਣੀ ਦਾ ਇੱਥੇ ਕੀਤਾ ਗਿਆ। ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਕਠੂਆ ਦੇ ਵੱਲੋਂ ਪੂਰਾ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਉਹਦਾ ਵੀ ਪੂਰਾ ਧਿਆਨ ਰੱਖਿਆ ਗਿਆ ਵਾ। ਔਰ ਨਾਲ ਹੀ ਤੁਸੀਂ ਵੇਖ ਸਕਦੇ ਹੋ ਮਾਨ ਸਾਹਿਬ ਹੋਣਾ ਦੇ ਜਿਹੜੇ ਸਮਰਥਕ ਨੇ ਉਹਨਾਂ ਦੇ ਨਾਲ ਜਿਹੜੇ ਪੰਜਾਬ ਤੋਂ ਵੀ ਆਏ ਨੇ ਉਹ ਵੀ ਇੱਥੇ ਨਾਲ ਹੀ ਨੇ। ਔਰ ਉਹਨਾਂ ਨੂੰ ਚਾਹਣ ਵਾਲੇ ਜਿਹੜੇ ਜਿਨ੍ਹਾਂ ਨੂੰ ਪਤਾ ਵੀ ਸਹੀ ਦੀ ਆਵਾਜ਼ ਸਹੀ ਕਿਵੇਂ ਚੁੱਕਣੀ ਆ ਔਰ ਗਲਤ ਨੂੰ ਗਲਤ ਕਿਵੇਂ ਕਹਿਣਾ, ਉਹ ਲਗਾਤਾਰ ਆਪਣੀ ਆਵਾਜ਼ ਨੂੰ ਜਿਹੜਾ ਚੁੱਕ ਰਹੇ ਨੇ। ਔਰ ਮਾਹੌਲ ਬਹੁਤ ਸ਼ਾਂਤਮਈ ਹੈ। ਮੈਂ ਇੱਕ ਵਾਰ ਫਿਰ ਤੋਂ ਅਖੀਰ ਦੇ ਵਿੱਚ ਦੱਸ ਦੇਵਾਂ, ਮਾਹੌਲ ਬਹੁਤ ਸ਼ਾਂਤਮਈ ਆ, ਕਿਸੇ ਕਿਸਮ ਦੀ ਕੋਈ ਵਾਇਲੇਸ਼ਨ ਨਹੀਂ, ਕਿਸੇ ਕਿਸਮ ਦੀ ਕਿਸੇ ਨੂੰ ਇੱਥੇ ਕੋਈ ਦਿੱਕਤ ਨਹੀਂ ਹੈ। ਬਿਲਕੁਲ ਇੱਥੇ ਮਾਹੌਲ ਐਸਾ ਨਹੀਂ ਲੱਗ ਰਿਹਾ ਕਿ ਕੋਈ ਪਰੇਸ਼ਾਨੀ ਹੋਵੇ ਜਾਂ ਕਿਸੇ ਕਿਸਮ ਦਾ ਕੁਝ ਐਸਾ ਹੋਵੇ। ਬਸ ਦਿਲਾਂ ਦੇ ਵਿੱਚ ਦੁੱਖ ਤੇ ਰੋਹ ਬਹੁਤ ਆ ਕਿ ਇੱਕ ਮੈਂਬਰ ਪਾਰਲੀਮੈਂਟ ਔਰ ਜਿਹਨੇ ਜਾ ਕੇ ਜੰਮੂ ਕਸ਼ਮੀਰ ਦੇ ਲੋਕਾਂ ਦੀਆਂ ਪ੍ਰੋਬਲਮਸ ਨੂੰ ਜਾਣਨਾ ਸੀਗਾ, ਉਹਨਾਂ ਦੇ ਨਾਲ ਮਿਲਣਾ ਸੀਗਾ, ਉਹਨਾਂ ਦੇ ਨਾਲ ਨੇੜਤਾ ਵਧਾਉਣੀ ਸੀਗੀ, ਉਹ ਅੱਜ ਸੜਕਾਂ ਦੇ ਉੱਤੇ ਹੈ। ਇਸ ਚੀਜ਼ ਨੂੰ ਲੈ ਕੇ ਰੋਸ਼ ਹੈ ਔਰ ਜਿਹੜੇ ਇਸ ਰੋਸ਼ ਨੂੰ ਚੁੱਕਦੇ ਨੇ, ਜਿਹੜੇ ਆਵਾਜ਼ ਨੂੰ ਚੁੱਕਦੇ ਨੇ, ਉਹ ਅੱਜ ਸੜਕਾਂ ਦੇ ਉੱਤੇ ਨੇ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।